ਭਇਓ ਕਿਰਪਾਲ ਠਾਕੁਰ ਸੇਵਕ ਕੋ, ਸਵਰੇ ਹਲਤ ਪਲਾਤਾ। ਧਨ ਸੇਵਕ ਸਫਲ ਉਹ ਆਇਆ, ਜਿਨ ਨਾਨਕ ਖਸਮ ਪਛਾਤਾ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਭਗਤ ਵਸ਼ਲ ਪਤਿਤ ਪਾਵਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਬਹੁਤ ਹੀ ਵਡਭਾਗੀ ਗੁਰਸਿੱਖ ਸਤਸੰਗੀ ਜਨੋ, ਸਤਿਗੁਰਾਂ ਦੀ ਅਪਾਰ ਮਿਹਰਾਮਤ ਦੇ ਸਦਕਾ ਸਿੱਖ ਕੌਮ ਦੇ ਅਣਖੀ ਜਰਨੈਲ ਸਿਰਲੱਥ ਯੋਧੇ, ਨਾਮ ਬਾਣੀ ਦੇ ਰਸੀਏ, ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜੋ ਪ੍ਰਬੰਧਕਾਂ ਵੱਲੋਂ ਜੋ ਮਾਲਕ ਨੇ ਉਦਮ ਉਪਰਾਲਾ ਬਖਸ਼ਿਸ਼ ਕੀਤਾ ਹੈ, ਗੁਰਮਤ ਸਮਾਗਮ ਕਰਵਾਏ ਜਾ ਰਹੇ ਨੇ। ਸਭ ਤੋਂ ਪਹਿਲਾਂ ਆਪਾਂ ਸਤਿਗੁਰਾਂ ਦੇ ਹਜ਼ੂਰ ਜੋ ਗੁਰੂ ਸੰਗਤ ਵਿੱਚ ਜੁੜ ਬੈਠਦੇ ਹਾਂ, ਇਹ ਬਹੁਤ ਵੱਡਾ ਦਰਬਾਰ ਹੈ ਜਿੱਥੇ ਸਤਿਗੁਰਾਂ ਦਾ ਪ੍ਰਕਾਸ਼ ਹੁੰਦਾ ਹੈ। ਆਓ ਜਿਸ ਸੰਗਤ ਬਾਰੇ ਸਤਿਗੁਰਾਂ ਨੇ ਪਾਵਨ ਬਾਣੀ ਵਿੱਚ ਬਚਨ ਕਹੇ ਨੇ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਇਹੋ ਜਿਹਾ ਮਾਹੌਲ ਸਿਰਜੀਏ ਤਾਂ ਕਿ ਬਹੁਤ ਹੀ ਇਕਾਂਤ ਮਈ ਇਕਾਗਰਤਾ ਮਈ ਅਵਸਥਾ ਜਿਹੜੀ ਹੈ ਉਹ ਬਣ ਸਕੇ। ਅਦਬ ਸਹਿਤ ਪਿਆਰ ਸਹਿਤ ਸਾਰੇ ਇੱਕ ਵਾਰ ਗੁਰੂ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸੰਗਤ ਵਿੱਚ ਆਉਣ ਨਾਲ ਵਿਚਾਰ ਬਦਲ ਜਾਂਦੇ ਨੇ, ਵਿਚਾਰ ਬਦਲ ਜਾਣ ਜੀਵਨ ਬਦਲ ਜਾਂਦਾ ਹੈ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਦਾ ਜਨਮ 1682 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪਹੂਵਿੰਡ ਵਿਖੇ ਸਤਿਕਾਰਯੋਗ ਪਿਤਾ ਭਾਈ ਭਗਤ ਸਿੰਘ ਜੀ ਅਤੇ ਸਤਿਕਾਰਯੋਗ ਮਾਤਾ ਜਿਉਣ ਕੌਰ ਜੀ ਦੀ ਪਾਵਨ ਕੁੱਖ ਤੋਂ ਹੋਇਆ। ਅੱਜ ਦਾ ਇਹ ਪਾਵਨ ਦਿਹਾੜਾ 15 ਭਗਤਾਂ ਵਿੱਚੋਂ ਪ੍ਰਭੂ ਭਗਤ ਭਗਤ ਰਵਿਦਾਸ ਜੀ ਦੇ ਆਗਮਨ ਦਿਵਸ ਦੇ ਰੂਪ ਵਿੱਚ ਵੀ ਸੰਗਤਾਂ ਬੜੀ ਸ਼ਰਧਾ ਭਾਵਨਾ ਸਹਿਤ ਮਨਾ ਰਹੀਆਂ ਨੇ। ਜਿੱਥੇ ਸਤਿਗੁਰੂ ਜੀ ਦੀ ਆਮਦ ਬਾਰੇ ਇਹ ਬਚਨ ਕਹੇ ਗਏ ਨੇ, ਧੰਨ ਧੰਨ ਪਿਤਾ ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਉੱਥੇ ਪ੍ਰਭੂ ਭਗਤਾਂ ਬਾਰੇ, ਹਰੀ ਦੇ ਸੇਵਕਾਂ ਬਾਰੇ ਵੀ ਬਚਨ ਆਏ ਨੇ, ਧੰਨ ਧੰਨ ਸੋ ਮਾਤਾ ਜਿਨ ਜਨ ਜਣੇ, ਤਿਨ ਧੰਨ ਜਣੇਂਦੀ ਮਾਓ ਆਏ ਸਫਲ ਸੇ। ਇੱਕ ਤਾਂ ਸਾਡਾ ਸਰੀਰਕ ਜੀਵਨ ਹੈ ਜਿਹੜਾ ਸਾਨੂੰ ਸਾਰਿਆਂ ਨੂੰ ਮਿਲਿਆ ਹੈ, ਔਰ ਇਹ ਸਰੀਰ ਤੇ ਸਰੀਰ ਵਿੱਚ ਜਿਹੜੀ ਜਿੰਦ ਜਾਨ ਹੈ ਇਹਦਾ ਮਾਲਕ ਪਰਮੇਸ਼ਰ ਹੈ। ਇਸੇ ਲਈ ਜਦੋਂ ਅਸੀਂ ਅਰਦਾਸ ਵੀ ਕਰਦੇ ਹਾਂ, ਜਿੱਥੇ ਉਸ ਪ੍ਰਭੂ ਨੂੰ ਆਪਣਾ ਠਾਕੁਰ ਮਾਲਕ ਮੰਨਦੇ ਹਾਂ, ਉਹਦੇ ਅੱਗੇ ਅਰਦਾਸ ਕਰਦੇ ਹਾਂ, ਤੇ ਅਰਦਾਸ ਵਿੱਚ ਜਦੋਂ ਅਸੀਂ ਸਮਰਪਿਤ ਹੁੰਨੇ ਹਾਂ ਤੇ ਸਭ ਤੋਂ ਪਹਿਲਾਂ ਜ਼ਿਕਰ ਹੀ ਇਹ ਹੈ ਕਿ ਸਾਡਾ ਇਹ ਪਿੰਡ ਰੂਪੀ ਸਰੀਰ ਤੇ ਇਹਦੇ ਵਿੱਚ ਜਿਹੜੀ ਜਿੰਦ ਹੈ, ਇਹ ਮਾਲਕ ਇਹ ਤੇਰੀ ਬਖਸ਼ਿਸ਼ ਕੀਤੀ ਹੋਈ ਰਾਸ ਪੂੰਜੀ ਸਰਮਾਇਆ ਹੈ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਸਰੀਰਕ ਜੀਵਨ ਜਿਹੜਾ ਹੈ ਉਹ ਮਾਲਕ ਅਕਾਲ ਪੁਰਖ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਸਾਡੇ ਵਿੱਚੋਂ ਉਹ ਧੰਤਾ ਯੋਗ ਨੇ ਜਿਨ੍ਹਾਂ ਨੇ ਗੁਰੂ ਦੀ ਸੰਗਤ ਕਰਕੇ ਆਤਮਿਕ ਜੀਵਨ ਵੀ ਪ੍ਰਾਪਤ ਕੀਤਾ ਹੈ।
ਇਹ ਨੁਕਤਾ ਬੜਾ ਅਹਿਮ ਹੈ ਵੀ ਸਰੀਰਕ ਜੀਵਨ ਸਾਡੇ ਸਾਰਿਆਂ ਕੋਲ ਹੈ, ਪਰ ਆਤਮਿਕ ਜੀਵਨ ਸਾਰਿਆਂ ਕੋਲ ਨਹੀਂ। ਜਿਨ੍ਹਾਂ ਕੋਲ ਆਤਮਿਕ ਜੀਵਨ ਹੈ ਉਹਨਾਂ ਨੂੰ ਅਸੀਂ ਪ੍ਰਭੂ ਭਗਤ, ਬ੍ਰਹਮ ਗਿਆਨੀ, ਮਾਲਕ ਦੇ ਨਾਲ ਜੁੜੇ ਹੋਏ ਗੁਰਸਿੱਖ ਆਖਦੇ ਹਾਂ। ਮਨੁੱਖ ਨੂੰ ਜਦੋਂ ਪਰਮੇਸ਼ਰ ਸੰਸਾਰ ਵਿੱਚ ਭੇਜਦਾ ਹੈ, ਜਿੱਥੇ ਇਹ ਸਪਸ਼ਟ ਕੀਤਾ ਹੈ ਕਿ ਬਾਕੀ ਜੂਨਾਂ ਨਾਲੋਂ ਤੈਨੂੰ ਵਡਿਆਈ ਦੇ ਕੇ ਸੰਸਾਰ ਵਿੱਚ ਭੇਜ ਰਿਹਾ ਹਾਂ, ਕਿਉਂਕਿ ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਹਾਰੀ। 184 ਜੋਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਇਹ ਵਡਿਆਈ ਦੇ ਕੇ ਜਦੋਂ ਸਾਨੂੰ ਤੋਰਿਆ, ਇਹ ਜਗਤ ਵਿੱਚ ਭੇਜਿਆ, ਤੇ ਨਾਲ ਇਹ ਕਹਿ ਦਿੱਤਾ ਵੀ ਸਰੀਰਕ ਜੀਵਨ ਤੈਨੂੰ ਦੇ ਕੇ ਭੇਜ ਰਿਹਾ, ਜਾ ਕੇ ਗੁਰੂ ਕੀ ਸ਼ਰਨ ਵਿੱਚ ਪਈ, ਗੁਰੂ ਵਾਲਾ ਬਣੀ, ਗੁਰੂ ਕੀ ਬਾਣੀ ਪੜ੍ਹੀ, ਫਿਰ ਤੈਨੂੰ ਆਤਮਿਕ ਜੀਵਨ ਮਿਲੇਗਾ। ਇਹੀ ਕਾਰਨ ਕਿ ਜਿੱਥੇ ਦੁਨਿਆਵੀ ਤੌਰ ਤੇ ਸਰੀਰਕ ਜੀਵਨ ਲਈ ਅਸੀਂ ਦੁਨਿਆਵੀ ਮਾਤਾ ਪਿਤਾ ਤੋਂ ਅਸੀਸਾਂ ਪ੍ਰਾਪਤ ਕਰਦੇ ਹਾਂ, ਵੱਡੇ ਬਜ਼ੁਰਗ ਸਾਨੂੰ ਅਸੀਸਾਂ ਦਿੰਦੇ ਨੇ। ਕੋਈ ਕਹਿੰਦਾ ਉਮਰ ਲੰਬੇਰੀ ਹੋਵੇ, ਕੋਈ ਆਖਦਾ ਵਿਦਿਆ ਦਾ ਦਾਨ ਤੈਨੂੰ ਮਿਲੇ, ਕੋਈ ਕਹੇਗਾ ਤੂੰ ਬਹੁਤ ਵੱਡੇ ਅਹੁਦੇ ਤੇ ਪਹੁੰਚੇ। ਪਰ ਜਦੋਂ ਗੁਰੂ ਕੀ ਸੰਗਤ ਵਿੱਚ ਆਵਾਂਗੇ ਤੇ ਸਤਿਗੁਰੂ ਜੀ ਸਾਨੂੰ ਮਾਂ ਰੂਪ ਵਿੱਚ, ਪਿਤਾ ਰੂਪ ਵਿੱਚ ਅਸੀਸਾਂ ਦੇਣਗੇ ਕਿ ਸਰੀਰਕ ਜੀਵਨ ਤਾਂ ਜਿੰਨਾ ਹੈ ਉਨਾ ਹੀ ਹੈ, ਉਹ ਵਧਣਾ ਘਟਣਾ ਨਹੀਂ। ਹਾਂ, ਤੈਨੂੰ ਇੱਕ ਅਸੀਸ ਦਿੱਤੀ ਜਾ ਸਕਦੀ ਹੈ ਕਿ ਤੂੰ ਮਰਨ ਤੋਂ ਬਾਅਦ ਵੀ ਜਿਉਂਦਾ ਰਵੇਂ, ਭਾਵ ਮਰ ਕੇ ਵੀ ਨਾ ਮਰੇ। ਉਹ ਹੈ ਆਤਮਿਕ ਜੀਵਨ। ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮਕੋ, ਹਰ ਹਰ ਸਦਾ ਭਜੋ ਜਗਦੀਸ਼। ਗੁਰੂ ਮਾਂ ਨੇ ਆਪਣੇ ਸਿੱਖ ਰੂਪੀ ਬੱਚੇ ਨੂੰ ਇਹ ਅਸੀਸ ਦਿੱਤੀ ਹੈ, ਜੀਵਤ 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 ਰਹੋ। ਕਿਉਂਕਿ ਜਿਹੜੀ ਜੀਵਨ ਪਦਵੀ ਹੈ ਆਤਮਿਕ ਜੀਵਨ ਵਾਲੀ, ਇਹ ਮਰਨ ਤੋਂ ਬਾਅਦ ਵੀ ਖਤਮ ਨਹੀਂ ਹੁੰਦੀ। ਪ੍ਰਭੂ ਪਿਆਰਿਆਂ ਬਾਰੇ ਆਖਿਆ ਗਿਆ, ਚਾਹੇ ਉਹ ਭਗਤ ਰਵਿਦਾਸ ਜੀ ਨੇ, ਚਾਹੇ ਧੰਨ ਬਾਬਾ ਦੀਪ ਸਿੰਘ ਜੀ ਨੇ, ਜੀਵਤ ਪੇਖੇ ਜਿਨੀ ਹਰ ਹਰ ਧਿਆਇਆ। ਉਵੇਂ ਕਹਿ ਦਿੱਤਾ ਵੀ ਸਰੀਰਕ ਤੌਰ ਤੇ ਭਾਵੇਂ ਕੋਈ ਬਾਦਸ਼ਾਹ ਹੈ, ਚਾਹੇ ਕੋਈ ਬਿਜ਼ਨਸਮੈਨ ਵਪਾਰੀ ਹੈ, ਚਾਹੇ ਕੋਈ ਰਿਸ਼ੀ ਮੁਨੀ ਹੈ, ਚਾਹੇ ਕੋਈ ਬਹੁਤ ਵੱਡਾ ਸਿੱਧ ਹੈ, ਸਰੀਰਕ ਮੌਤ ਤਾਂ ਸਰਪਰ ਭਾਵ ਡੈਫੀਨੇਟਲੀ ਹੈ ਕਿ ਬੰਦੇ ਨੇ ਇੱਕ ਨਾ ਇੱਕ ਦਿਨ ਇਸ ਸੰਸਾਰ ਤੋਂ ਤੁਰਨਾ ਹੈ। ਰਹਿਣ ਨਾ ਪਾਵੈ ਸੁਰ ਨਰ ਦੇਵਾ, ਊਠ ਸੁਧਾਰੇ ਕਰ ਮੁਨ ਜਨ ਸੇਵਾ। ਬਾਦਸ਼ਾਹ ਸ਼ਾਹ ਵਪਾਰੀ ਮਰਨਾ, ਜੋ ਦੀਸੈ ਸੋ ਕਾਲੈ ਖਰਨਾ। ਜੀਵਤ ਪੇਖੇ ਜਿਨੀ ਹਰ ਹਰ ਧਿਆਇਆ। ਉਹ ਮਰ ਕੇ ਵੀ ਜੀਵਤ ਵੇਖੇ ਨੇ, ਇਸੇ ਕਰਕੇ ਅਸੀਂ ਆਖਦੇ ਹਾਂ ਅਮਰ। ਅਮਰ ਦਾ ਮਤਲਬ ਹੁੰਦਾ ਜਿਹੜੇ ਮਰ ਕੇ ਵੀ ਨਹੀਂ ਮਰੇ। ਤੇ ਦੂਜੇ ਪਾਸੇ ਜਦੋਂ ਅਸੀਂ ਗੁਰੂ ਕੀ ਸ਼ਰਨ ਵਿੱਚ ਨਹੀਂ ਆਉਂਦੇ, ਗੁਰੂ ਵਾਲੇ ਨਹੀਂ ਬਣਦੇ, ਤੇ ਸਾਡੇ ਕੋਲ ਸਰੀਰਕ ਜੀਵਨ ਤਾਂ ਹੈ ਪਰ ਸਾਡੇ ਕੋਲ ਆਤਮਿਕ ਜੀਵਨ ਨਹੀਂ। ਤੇ ਸਾਡੇ ਬਾਰੇ ਫਿਰ ਪਾਵਨ ਬਾਣੀ ਵਿੱਚ ਇਹ ਬਚਨ ਵੀ ਆਏ ਨੇ, ਮਤ ਜਾਣੋ ਜਗ ਜੀਵਨ ਦਾ, ਦੂਜੈ ਭਾਏ ਮੋਇਆਸ। ਕਿ ਜਿਨ੍ਹਾਂ ਕੋਲ ਕੇਵਲ ਸਰੀਰਕ ਜੀਵਨ ਹੈ ਪਰ ਉਹ ਗੁਰੂ ਕੀ ਸੰਗਤ ਵਿੱਚ ਨਹੀਂ ਆਏ, ਗੁਰੂ ਕੀ ਬਾਣੀ ਨਾਲ ਨਹੀਂ ਜੁੜੇ, ਉਹਨਾਂ ਕੋਲ ਆਤਮਿਕ ਜੀਵਨ ਨਹੀਂ ਹੈ। ਉਹਨਾਂ ਨੂੰ ਮਤਾ ਤੁਸੀਂ ਜਿਉਂਦਿਆਂ ਵਿੱਚ ਗਿਣੋ, ਕਿਉਂਕਿ ਉਹਨਾਂ ਕੋਲ ਆਤਮਿਕ ਜੀਵਨ ਨਹੀਂ ਹੈ। ਪਰਮਾਤਮਾ ਨੇ ਸਰੀਰਕ ਜੀਵਨ ਸਾਰਿਆਂ ਨੂੰ ਦਿੱਤਾ, ਤੇ ਨਾਲ ਇੱਕ ਗੱਲ ਕਹੀ ਕਿ ਹੁਣ ਆਤਮਿਕ ਜੀਵਨ ਤੈਨੂੰ ਗੁਰੂ ਕੋ ਮਿਲਣਾ ਹੈ। ਤੇ ਜਦੋਂ ਤੱਕ ਸਾਨੂੰ ਆਤਮਿਕ ਜੀਵਨ ਨਹੀਂ ਮਿਲਦਾ, ਸਰੀਰਕ ਤੌਰ ਤੇ ਜਨਮ ਲੈਂਦੇ ਰਵਾਂਗੇ ਤੇ ਮਰਦੇ ਰਵਾਂਗੇ। ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਤੇ ਸਤਿਗੁਰੂ ਜਦੋਂ ਕਿਰਪਾ ਕਰਕੇ ਆਪਣੀ ਸੰਗਤ ਵਿੱਚ ਰੱਖ ਕੇ ਗੁਰੂ ਦਾ ਉਪਦੇਸ਼ ਬਖਸ਼ਿਸ਼ ਕਰਕੇ ਸਾਨੂੰ ਆਤਮਿਕ ਜੀਵਨ ਦਿੰਦੇ ਨੇ, ਉਹ ਜੀਵਨ ਪਦਵੀ ਜਿੱਥੇ ਜਾ ਕੇ ਮੌਤ ਦਾ ਜਿਹੜਾ ਡਰ ਹੈ ਉਹ ਬਿਲਕੁਲ ਖਤਮ ਹੋ ਜਾਂਦਾ ਹੈ। ਸਾਡੀ ਜ਼ਿੰਦਗੀ ਦੀ ਜਿਹੜੀ ਤਬਦੀਲੀ ਹੈ ਉਹ ਇਹੀ ਹੈ
ਕਿ ਇੱਕ ਤਾਂ ਮੌਤ ਦਾ ਡਰ ਹੈ ਤੇ ਇੱਕ ਉਹ ਅਵਸਥਾ ਜਿੱਥੇ ਜਾ ਕੇ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਭ ਤੋਂ ਵੱਡਾ ਡਰ ਜਿਹੜਾ ਉਹ ਇਹੀ ਦੱਸਿਆ ਕਿ ਬੰਦਾ ਇੱਕੋ ਡਰ ਨੂੰ ਜ਼ਿੰਦਗੀ ਵਿੱਚੋਂ ਤਿਆਗਦਾ ਨਹੀਂ, ਉਹ ਡਰ ਹੈ ਵੀ ਮੈਂ ਕਦੇ ਮਰ ਨਾ ਜਾਵਾਂ। ਭੈ ਮਰਬੇ ਕੋ ਬਿਸਰਤ ਨਾਹੇ ਤਿਹ ਚਿੰਤਾ ਤਨ ਜਾਰਾ। ਤੇ ਜਦੋਂ ਗੁਰੂ ਪਾਸੋਂ ਆਤਮਿਕ ਜੀਵਨ ਮਿਲ ਜਾਵੇ ਫਿਰ ਮੌਤ ਦਾ ਡਰ ਖਤਮ ਹੋ ਜਾਂਦਾ ਹੈ। ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ। ਇਹ ਅਵਸਥਾ ਸੀ ਬਾਬਾ ਦੀਪ ਸਿੰਘ ਹੋਰਾਂ ਦੀ ਕਿ ਸਰੀਰਕ ਜਨਮ ਜਿਹੜਾ ਹੈ ਉਹ ਮਾਤਾ ਪਿਤਾ ਦੇ ਘਰ ਹੋਇਆ, ਪਰਮੇਸ਼ਰ ਨੇ ਕਿਰਪਾ ਕੀਤੀ, ਸਰੀਰਕ ਜੀਵਨ ਮਿਲਿਆ। ਪਰ ਜਦੋਂ ਪਿਤਾ ਪੁਰਖੀ ਰਹੁ ਰੀਤ ਦੇ ਮੁਤਾਬਕ ਜਿੱਥੇ ਆਪਣੇ ਨਗਰ ਪਿੰਡ ਵਿੱਚ ਜ਼ਿਮੀਂਦਾਰਾ ਖੇਤੀ ਦੀ ਕਿਰਤ ਕਰਦੇ ਸਨ, ਕਿਉਂਕਿ ਕਰਨੀ ਚਾਹੀਦੀ ਹੈ, ਸਾਡਾ ਜਿਹੜਾ ਕਰਤਾ ਹੈ ਸੰਸਾਰ ਉਹਦੀ ਕਿਰਤ ਹੈ, ਤੇ ਜੇ ਅਸੀਂ ਉਹਨੂੰ ਮਿਲਣਾ ਹੈ ਤੇ ਸਾਨੂੰ ਵੀ ਕੋਈ ਨਾ ਕੋਈ ਕਿਰਤ ਕਰਨੀ ਚਾਹੀਦੀ। ਜਿਵੇਂ ਕਿਰਤ ਦੇ ਚਾਰ ਪੱਖ ਨੇ, ਖੇਤੀ ਹੈ, ਦੁਕਾਨ ਹੈ, ਵਪਾਰ ਹੈ, ਨੌਕਰੀ ਹੈ। ਔਰ ਗੁਰੂ ਨਾਨਕ ਸਾਹਿਬ ਜੀ ਦਾ ਇਹ ਉਪਦੇਸ਼, ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ। ਅਕਾਲ ਪੁਰਖ ਵਾਹਿਗੁਰੂ ਜੀ ਦੀ ਇਹ ਕਿਰਤ ਹੈ, ਸੰਸਾਰ ਉਹਦੀ ਰਚਨਾ ਹੈ, ਉਹ ਕਾਦਰ ਹੈ, ਇਸੇ ਕਰਕੇ ਉਹਨੂੰ ਕਰਤਾ ਕਿਹਾ ਜਾਂਦਾ ਹੈ। ਕ੍ਰੀਏਟਰ ਦਾ ਮਤਲਬ ਵੀ ਇਹ ਹੈ ਕਿ ਉਹ ਇਸ ਕ੍ਰੀਏਸ਼ਨ ਦੇ ਵਿੱਚ, ਇਸ ਰਚਨਾ ਦੇ ਵਿੱਚ ਆਪ ਰਹਿ ਰਿਹਾ। ਇਹ ਸਾਰਾ ਸੰਸਾਰ ਉਹਦੀ ਆਪਣੀ ਕਿਰਤ ਹੈ ਤੇ ਫਿਰ ਉਹ ਆਪਣੀ ਇਸ ਕਿਰਤ ਦੇ ਪ੍ਰਤੀ ਸੁਹਿਰਦ ਵੀ ਬੜਾ, ਜ਼ਿੰਮੇਵਾਰ ਵੀ ਬੜਾ। ਤੇ ਉਹ ਜਦੋਂ ਇਹ ਜ਼ਿੰਮੇਵਾਰੀ ਨਿਭਾਉਂਦਾ ਤੇ ਉਹ ਕਦੇ ਨਿਰਾਸ਼ ਨਹੀਂ ਹੁੰਦਾ, ਕਿਉਂਕਿ ਵੇਖੈ ਵਿਗਸੈ ਕਰ ਵਿਚਾਰ। ਉਹ ਇਸ ਸ੍ਰਿਸ਼ਟੀ ਨੂੰ ਵੇਖਦਾ, ਸੰਭਾਲਦਾ ਤੇ ਨਾਲ ਵਿਕਸਦਾ ਭਾਵ ਖੁਸ਼ ਹੁੰਦਾ ਹੈ। ਦੁਨਿਆਵੀ ਤੌਰ ਤੇ ਜਦੋਂ ਅਸੀਂ ਕਿਸੇ ਬੰਦੇ ਨੂੰ ਨਿਰਾਸ਼ ਵੇਖਦੇ ਹਾਂ ਤੇ ਉਹਨੂੰ ਅਸੀਂ ਪੁੱਛਾਂਗੇ ਵੀ ਤੇਰੀ ਨਿਰਾਸ਼ਤਾ ਦਾ ਕਾਰਨ ਕੀ ਹੈ, ਤੂੰ ਰੋ ਕਿਉਂ ਰਿਹਾ, ਤੇ ਉਹ ਕਹੇਗਾ ਵੀ ਮੈਨੂੰ ਚਿੰਤਾ ਹੈ। ਤੇ ਸਾਹਿਬ ਕਹਿੰਦੇ ਵੀ ਚਿੰਤਾ ਤਾਂ ਰੱਬ ਵੀ ਕਰਦਾ, ਪਰ ਰੱਬ ਰੋਂਦਾ ਕਦੇ ਨਹੀਂ। ਤੈਨੂੰ ਚਿੰਤਾ ਹੈ ਕਿ ਮੇਰਾ ਪਰਿਵਾਰ ਕਿਵੇਂ ਪਲੇਗਾ, ਤੂੰ ਕੇਵਲ ਪਰਿਵਾਰ ਦੀ ਚਿੰਤਾ ਤੱਕ ਸੀਮਤ ਹੈ, ਪਰ ਨਿਰੰਕਾਰ ਸਾਰੇ ਸੰਸਾਰ ਦੀ ਚਿੰਤਾ ਕਰਦਾ ਹੈ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਹੁਣ ਮਿਲਣਾ ਰੱਬ ਨੂੰ ਹੈ ਤੇ ਰੱਬ ਸਾਰੇ ਸੰਸਾਰ ਦੀ ਚਿੰਤਾ ਕਰਦਾ ਹੈ, ਤੇ ਅਸੀਂ ਕਹੀਏ ਵੀ ਸਾਨੂੰ ਘਰ ਦੀ ਚਿੰਤਾ ਵੀ ਨਾ ਹੋਵੇ, ਤੇ ਫਿਰ ਅਸੀਂ ਉਸ ਵਿੱਚ ਅਭੇਦ ਕਿਵੇਂ ਹੋ ਸਕਦੇ ਹਾਂ? ਫਿਰ ਸਾਡਾ ਤੇ ਉਹਦਾ ਸੁਭਾਅ ਹੀ ਵੱਖੋ ਵੱਖਰਾ ਹੈ ਵੀ ਅਸੀਂ ਚਿੰਤਾ ਤੋਂ, ਅਸੀਂ ਫਿਕਰਾਂ ਤੋਂ ਡਰਦੇ ਹਾਂ। ਬਹੁਤ ਸਾਰੇ ਜੋਗੀ ਰਿਸ਼ੀ ਮੁਨੀ ਇਸੇ ਡਰ ਕਾਰਨ ਘਰ ਛੱਡ ਕੇ, ਬੱਚੇ ਛੱਡ ਕੇ, ਕਿਰਤ ਛੱਡ ਕੇ ਜੰਗਲਾਂ ਵੱਲ ਨੂੰ ਭੱਜ ਗਏ ਵੀ ਕੌਣ ਚਿੰਤਾ ਕਰੇ। ਤੇ ਉਹਨਾਂ ਨੂੰ ਪੁੱਛੇ ਵੀ ਜੰਗਲਾਂ 'ਚ ਗਏ ਕਿਉਂ? ਕਹਿੰਦੇ ਰੱਬ ਨੂੰ ਲੱਭਣ। ਤੇ ਰੱਬ ਕਿੱਥੋਂ ਲੱਭੇਗਾ? ਕਿਉਂਕਿ ਰੱਬ ਤੇ ਖੁਦ ਸਾਰੇ ਸੰਸਾਰ ਦਾ ਫਿਕਰ ਕਰਦਾ, ਸਾਰੇ ਸੰਸਾਰ ਦੀ ਚਿੰਤਾ ਕਰਦਾ, ਤੇ ਉਹਨੂੰ ਮਿਲੇਗਾ ਉਹ ਜਿਹੜਾ ਉਹਦੇ ਵਾਂਗ ਸੁਹਿਰਦ ਹੋਵੇਗਾ ਕਿ ਜਿਹੜੀ ਮੇਰੀ ਡਿਊਟੀ ਹੈ, ਜਿਹੜਾ ਮੇਰਾ ਫਰਜ਼ ਹੈ, ਮੈਂ ਉਹਦੇ ਪ੍ਰਤੀ ਚਿੰਤਤ ਹੋਵਾਂ, ਮੈਂ ਉਹਦੇ ਪ੍ਰਤੀ ਸੁਹਿਰਦ ਹੋਵਾਂ ਕਿ ਮੇਰਾ ਫਰਜ਼ ਕੀ ਬਣਦਾ। ਔਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿਹੜੇ 15 ਭਗਤ ਨੇ, ਇਹ ਉਹ ਨੇ ਜਿਨ੍ਹਾਂ ਨੇ ਕਿਰਤ ਕਰਦਿਆਂ ਕਰਤੇ ਨੂੰ ਪਾਇਆ। ਭਗਤ ਧੰਨਾ ਜੀ ਨੇ ਖੇਤਾਂ ਵਿੱਚ ਹਲ ਚਲਾਉਂਦਿਆਂ ਰੱਬ ਦੀ ਪ੍ਰਾਪਤੀ ਕੀਤੀ ਹੈ। ਭਗਤ ਰਵਿਦਾਸ ਜੀ ਨੇ ਜੋੜੇ ਗੰਢਦਿਆਂ, ਪਸ਼ੂਆਂ ਦੀ ਢੋਆ ਢਵਾਈ ਕਰਦਿਆਂ ਰੱਬ ਵਿੱਚ ਅਭੇਦਤਾ ਪ੍ਰਾਪਤ ਕੀਤੀ। ਅਸੀਂ ਗੁਰੂ ਅਰਜਨ ਦੇਵ ਜੀ ਦੇ ਬਚਨ ਪੜ੍ਹਦੇ ਹਾਂ, ਰਵਿਦਾਸ ਢੋਹੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਚਮੜੇ ਦਾ ਕੰਮ ਕਰਦਿਆਂ, ਜੋੜਾ ਗੰਢਦਿਆਂ, ਪਸ਼ੂਆਂ ਦੀ ਢੋਆ ਢਵਾਈ ਕਰਦਿਆਂ ਕਹਿੰਦੇ ਰੱਬ ਵਿੱਚ ਲੀਨ ਹੋ ਗਏ। ਭਗਤ ਨਾਮਦੇਵ ਜੀ ਨੇ ਸਾਨੂੰ ਸਿੱਖਿਆ ਦਿੱਤੀ, ਰਾਂਗਨ ਰਾਂਗੋ ਸੀਵਨ ਸੀਵੋ, ਰਾਮ ਨਾਮ ਬਿਨ ਘਰੀ ਨਾ ਜੀਵੋ। ਖੇਤੀ ਕਰਦਿਆਂ ਸਰੀਰ ਨੂੰ ਖੇਤ ਸਮਝ ਲਵੋ ਤੇ ਇਹਦੇ ਵਿੱਚ ਨਾਮ ਦਾ ਅੰਨ ਧਨ ਪੈਦਾ ਕਰਕੇ ਬਹੁਤ ਵੱਡੇ ਅਮੀਰ ਬਣ ਜਾਓ, ਧਨਵੰਤ ਬਣ ਜਾਵੋ, ਕੁਲਵੰਤ ਬਣ ਜਾਵੋ, ਪਤਵੰਤ ਬਣ ਜਾਓ। ਤੇ ਜਦੋਂ
ਕਿਰਤ ਕਰਾਂਗੇ ਤੇ ਕਿਰਤ ਕਰਤੇ ਨਾਲ ਜੋੜੇਗੀ ਬਾਬਾ ਦੀਪ ਸਿੰਘ ਜੀ। ਜਿੱਥੇ ਜ਼ਿਮੀਂਦਾਰਾ ਕਿਰਤ, ਖੇਤੀ ਦੀ ਕਿਰਤ ਕਰਦੇ ਸਨ, ਤੇ ਅੱਜ ਵੀ ਕਿਸਾਨ ਜਿਹੜਾ ਹੈ ਉਹ ਸਾਰੇ ਸੰਸਾਰ ਵਾਸਤੇ ਅਨਾਜ ਜਿਹੜਾ ਹੈ ਉਹ ਪੈਦਾ ਕਰਦਾ ਹੈ। ਤੇ ਸਾਡੇ ਦੇਸ਼ ਵਿੱਚ ਵੀ ਅਗਰ ਕੋਈ ਜਵਾਨ ਵੀ ਹੈ ਤੇ ਉਹ ਵੀ ਕਿਸੇ ਕਿਸਾਨ ਦਾ, ਕਿਸੇ ਮਜ਼ਦੂਰ ਦਾ ਪੁੱਤਰ ਹੈ। ਇਸੇ ਲਈ ਜੈ ਜਵਾਨ ਜੈ ਕਿਸਾਨ ਜਿਹੜਾ ਹੈ ਉਹ ਬੜਾ ਸੰਯੁਕਤ ਜਿਹਾ ਨਾਰਾ ਹੈ। ਔਰ ਸਤਿਗੁਰੂ ਜੀ ਨੇ ਜਿਹੜੀ ਕਿਰਤ ਦੇ ਵੱਖਰੇ ਵੱਖਰੇ ਤਰੀਕੇ ਦੱਸੇ, ਉਹਦੇ ਵਿੱਚੋਂ ਖੇਤੀ ਵੀ ਇੱਕ ਕਿਰਤ ਹੈ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਸਿੱਖ ਰਾਜ ਦੀ ਸ਼ੁਰੂਆਤ ਕੀਤੀ, ਸਭ ਤੋਂ ਪਹਿਲਾਂ ਜਗੀਰਦਾਰੀ ਸਿਸਟਮ ਤੇ ਰੋਕ ਲਾ ਕੇ ਜਿਹੜੇ ਹੱਲਵਾਕ ਜ਼ਿਮੀਂਦਾਰ ਸਨ ਉਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਮੇਰੇ ਗਰੀਬ ਨਵਾਜ ਨੇ ਕਿਰਪਾ ਕੀਤੀ, ਜਿੱਥੇ ਬਾਬਾ ਦੀਪ ਸਿੰਘ ਜੀ ਖੇਤੀ ਦੀ ਕਿਰਤ ਕਰਿਆ ਕਰਦੇ ਸਨ, ਉੱਥੇ ਆਪਣਾ ਆਤਮਿਕ ਜੀਵਨ ਸਵਾਰਨ ਵਾਸਤੇ ਗੁਰੂ ਕੀ ਸੰਗਤ ਵਿੱਚ ਚਲੇ ਗਏ। ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਕੀ ਸੰਗਤ ਵਿੱਚ ਆਉਣ ਦਾ ਮਤਲਬ ਇਹ ਹੈ ਕਿ ਜਿਸ ਸਥਾਨ ਤੇ ਅਸੀਂ ਜਾਂਦੇ ਆ, ਉੱਥੇ ਮੇਰੇ ਸਤਿਗੁਰੂ ਜੀ ਨੇ ਕਿਹੜੇ ਕਿਹੜੇ ਚੋਜ ਕੀਤੇ, ਕਿਹੜੇ ਕਿਹੜੇ ਉਪਦੇਸ਼ ਬਖਸ਼ਿਸ਼ ਕੀਤੇ, ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕੀਤਾ ਜਾਵੇ। ਹੁਣ ਸਿੱਖ ਗਿਆ ਹੋਵੇ ਆਨੰਦਪੁਰ ਸਾਹਿਬ ਤੇ ਉੱਥੇ ਅੰਮ੍ਰਿਤ ਛਕਣ ਤੋਂ ਬਿਨਾਂ ਹੀ ਮੋੜ ਆਵੇ, ਗੱਲ ਨਹੀਂ ਨਾ ਬਣੇਗੀ। ਭਾਵੇਂ ਟਰਾਲੀਆਂ ਭਰ ਕੇ ਕਵੇ ਮੈਂ ਹੋਲੇ ਮਹੱਲੇ ਤੇ ਚੱਲਿਆ, ਭਾਵੇਂ ਟਰੱਕ ਤੇ ਬੱਸ ਵਿੱਚ ਜਾਂ ਕਿਤੇ ਮੋਟਰਸਾਈਕਲਾਂ ਤੇ ਝੰਡੀਆਂ ਲਾ ਕੇ ਤੁਰ ਪਈਏ, ਪਰ ਜੇ ਆਨੰਦਪੁਰ ਸਾਹਿਬ ਜਾ ਰਹੇ ਆ ਤੇ ਉਹ ਧਰਤੀ ਹੀ ਕੇਸਗੜ੍ਹ ਸਾਹਿਬ ਹੈ, ਜਿਹਦਾ ਨਾਮ ਹੀ ਕੇਸਾਂ ਨਾਲ ਜੁੜਿਆ ਹੋਇਆ ਹੈ। ਪੰਜਾਂ ਤਖਤਾਂ ਵਿੱਚੋਂ ਪਹਿਲਾ ਤਖਤ ਸ੍ਰੀ ਅਕਾਲ ਤਖਤ ਸਾਹਿਬ ਅਕਾਲ ਪੁਰਖ ਦੇ ਨਾਮ ਤੇ ਦੂਸਰਾ ਤਖਤ ਕੇਸਾਂ ਦੇ ਨਾਂ ਤੇ ਹੈ। ਸਤਿਗੁਰਾਂ ਨੇ ਕੇਸਾਂ ਨੂੰ ਏਡੀ ਵੱਡੀ ਮਹਾਨਤਾ ਦਿੱਤੀ ਵੀ ਦੂਜਾ ਤਖਤ ਕੇਸਗੜ੍ਹ ਸਾਹਿਬ। ਤੇ ਜਦੋਂ ਕੋਈ ਸਿੱਖ ਹੋ ਕੇ ਕੈਂਚੀ ਚਲਾਉਂਦਾ ਕੇਸਾਂ ਤੇ, ਇਹ ਐਵੇਂ ਹੀ ਆ ਜਿਵੇਂ ਤੋਪਾਂ ਤੇ ਟੈਂਕ ਚੜ ਕੇ ਅਕਾਲ ਤਖਤ ਸਾਹਿਬ ਤੇ ਆਏ ਸਨ ਤੇ ਹਮਲਾ ਹੋਇਆ ਸੀ। ਇਵੇਂ ਅੱਜ ਕੇਸਗੜ੍ਹ ਸਾਹਿਬ ਤੇ ਹਮਲਾ ਹੋ ਰਿਹਾ, ਕਿਉਂਕਿ ਸਾਡੇ ਸਿਰਾਂ ਤੇ ਜਿਹੜੇ ਕੇਸ ਨੇ, ਸਾਡੇ ਬੱਚਿਆਂ ਦੇ ਸਿਰਾਂ ਤੇ ਕੇਸ ਨੇ। ਇਹ ਚੱਲਦਾ ਫਿਰਦਾ ਗੁਰੂ ਦਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਹੈ, ਜਿੱਥੇ ਪੰਜਾਂ ਨੇ ਗੁਰੂ ਪਿਆਰ ਵਿੱਚ ਭਿੱਜ ਕੇ ਅੰਮ੍ਰਿਤ ਦੀ ਖਾਤਰ ਆਪਣੇ ਸਿਰ ਅਰਪਣ ਕੀਤੇ ਸਨ, ਜਿਨ੍ਹਾਂ ਨੇ ਪ੍ਰੇਮ ਦੀ ਖੇਡ ਖੇਡੀ। ਵੈਸੇ ਕੋਈ ਵੀ ਖੇਡ ਜਿਹੜੀ ਹੈ ਉਹ ਚਾਅ ਤੋਂ ਬਿਨਾਂ ਨਹੀਂ ਖੇਡੀ ਜਾਂਦੀ। ਆਪਾਂ ਕਿਸੇ ਖਿਡਾਰੀ ਨੂੰ ਮਜਬੂਰਨ ਤੌਰ ਤੇ ਕਹੀਏ ਵੀ ਤੂੰ ਆ ਖੇਡ ਖੇਡ, ਉਹ ਨਹੀਂ ਖੇਡ ਸਕੇਗਾ, ਜਿੱਤ ਨਹੀਂ ਸਕੇਗਾ। ਖੇਡ ਖੇਡਣ ਲਈ ਅੰਦਰ ਚਾਅ ਚਾਹੀਦਾ, ਉਮਾਹ ਚਾਹੀਦਾ। ਤੇ ਆ ਜਿਹੜੀ ਪ੍ਰੇਮ ਦੀ ਖੇਡ ਹੈ, ਜਾਓ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਬਾਬਾ ਦੀਪ ਸਿੰਘ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਗਏ, ਗੁਰੂ ਕਲਗੀਧਰ ਪਾਤਸ਼ਾਹ ਦੇ ਹਜ਼ੂਰ ਪੰਜਾਂ ਪਿਆਰਿਆਂ ਦੇ ਪਾਸੋਂ ਉਹਨਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਕਿਉਂਕਿ 1469 ਤੋਂ ਲੈ ਕੇ 1699 ਤੱਕ ਤਬ ਸਹਿਜੇ ਰਚਿਓ ਖਾਲਸਾ। ਜਿਵੇਂ ਆਪਾਂ 100 ਦੀ ਗਿਣਤੀ ਕਰਦੇ ਆ, ਪਰ 100 ਇੱਕ ਵਾਰ ਨਹੀਂ, 99 ਤੱਕ ਗਿਣਤੀ ਹੋਵੇ ਤੇ ਅਗਲਾ ਅੰਕ ਜਿਹੜਾ ਉਹ 100 ਹੁੰਦਾ ਹੈ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਇਹ ਗਿਣਤੀ 99 ਤੇ ਪਹੁੰਚ ਚੁੱਕੀ ਸੀ। ਦਸ਼ਮੇਸ਼ ਪਿਤਾ ਜੀ ਨੇ ਅਗਲਾ ਅੰਕ ਕਿਹਾ 100, ਪਰ 99 ਗੁਰੂ ਤੇਗ ਬਹਾਦਰ ਸਾਹਿਬ ਤੱਕ ਹੋ ਚੁੱਕੇ ਨੇ। ਭਾਵ ਜਿਸ ਖਾਲਸੇ ਨੂੰ ਸੰਸਾਰ ਦੇ ਸਾਹਮਣੇ ਪ੍ਰਗਟ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਉਹਦੀ ਬੁਨਿਆਦ ਗੁਰੂ ਨਾਨਕ ਸਾਹਿਬ ਨੇ ਰੱਖੀ। ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਉਹਦੀ ਤਿਆਰੀ ਕੀਤੀ ਗਈ। ਤੇ ਜਦੋਂ ਭਾਗਾਂ ਭਰਿਆ 1699 ਦਾ ਵਿਸਾਖੀ ਵਾਲਾ ਦਿਨ ਆਇਆ, ਗੁਰੂ ਕਲਗੀਧਰ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਕਿ ਆ ਜੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਜਿਹੜਾ ਪੂਰਨ ਖਾਲਸਾ ਸਿਰਜਿਆ ਗਿਆ, ਉਹਨੂੰ ਮੈਂ ਅੱਜ ਸੰਸਾਰ ਦੇ ਸਾਹਮਣੇ ਪੇਸ਼ ਕਰ ਲੱਗਾ। ਕਈ ਵਾਰ ਆਪਾਂ ਕਹਿੰਦੇ ਆ ਨਾ ਵੀ ਪਹਿਲੇ 9 ਗੁਰੂ ਸਾਹਿਬਾਨ ਵੇੜੇ ਕਿਹੜਾ ਖਾਲਸਾ ਸੀ। ਨਹੀਂ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਉਦਘਾਟਨ ਕੀਤਾ, ਪਰਦਾ ਚੁੱਕਿਆ ਕਿ ਜੋ 9 ਪਾਤਸ਼ਾਹੀਆਂ ਤੱਕ ਤਿਆਰੀ ਹੋਈ ਹੈ, ਅੱਜ ਉਹਨੂੰ ਸੰਸਾਰ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ। ਜਿਹੜੀ ਗੱਲ ਆਪਾਂ ਸਿੱਖ ਹੋ ਕੇ ਵੀ ਨਹੀਂ ਸਮਝ ਸਕੇ, ਇੱਕ ਹਿੰਦੂ ਲਿਖਾਰੀ ਡਾਕਟਰ ਗੋਕਲ ਚੰਦ ਨਾਰੰਗ ਨੇ ਲਿਖਿਆ
ਕਿ ਜਿਹੜੀ ਫਸਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਖਾਲਸੇ ਦੇ ਰੂਪ ਵਿੱਚ ਕੱਟੀ, ਉਹਦੇ ਲਈ ਜ਼ਮੀਨ ਗੁਰੂ ਨਾਨਕ ਸਾਹਿਬ ਤਿਆਰ ਕਰ ਗਏ, ਬੀਜ ਉਹ ਬੀਜ ਗਏ, ਤੇ ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਖੂਨ ਦਾ ਪਾਣੀ ਪਾ ਕੇ ਉਸ ਬੂਟੇ ਨੂੰ, ਉਸ ਫਸਲ ਨੂੰ ਸਿੰਜ ਕੇ ਵੱਡਿਆਂ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੇ ਫਲ ਜਿਹੜਾ ਸੀ ਉਹ ਸੰਸਾਰ ਦੀ ਝੋਲੀ ਵਿੱਚ ਪਾਇਆ। ਹੁਣ ਫਲ ਤੇ ਬੀਜ, ਧੰਨ ਗੁਰੂ ਨਾਨਕ ਸਾਹਿਬ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਜਿਹੜਾ ਬੰਦਾ ਬੀਜ ਬੀਜੇ, ਦਰਖਤ ਵੱਡਾ ਕਰੇ, ਤੇ ਜਦੋਂ ਫਲ ਦੀ ਵਾਰੀ ਆਵੇ ਤੇ ਫਿਰ ਕਵੇ ਜੀ ਨਹੀਂ, ਇਹ ਫਲ ਉਦੋਂ ਕਿਉਂ ਨਾ ਲੱਗਾ ਜਦੋਂ ਬੀਜ ਬੀਜਿਆ ਸੀ। ਉਹ ਭਲਿਆ ਬੀਜ ਤਾਂ ਬੀਜਿਆ ਹੀ ਇਸ ਕਰਕੇ ਸੀ ਵੀ ਫਲ ਲੱਗੇ। ਅੱਜ ਵੀ ਜਿਹੜੇ ਅੰਮ੍ਰਿਤ ਤੋਂ ਵਾਂਝੇ ਨੇ ਨਾ, ਉਹਨਾਂ ਦੀ ਹਾਲਤ ਬਿਲਕੁਲ ਇਹੋ ਜੀ ਆ। ਤੇ ਉਸ ਹਿੰਦੂ ਲਿਖਾਰੀ ਡਾਕਟਰ ਗੋਕਲ ਚੰਦ ਨਾਰੰਗ ਦੇ ਜਿਹੜੇ ਬੋਲ ਨੇ ਨਾ, ਕਿਉਂਕਿ ਜਦੋਂ ਗੈਰ ਸਿੱਖਾਂ ਨੇ ਸਾਡਾ ਇਤਿਹਾਸ ਲਿਖਿਆ, ਜਿਵੇਂ ਮਿਸਟਰ ਮੈਕਾਲਫ ਨੇ ਦਾ ਸਿੱਖ ਰਿਲੀਜਨ, ਇਸੇ ਤਰ੍ਹਾਂ ਡਾਕਟਰ ਗੋਕਲ ਚੰਦ ਨਾਰੰਗ, ਡਾਕਟਰ ਇੰਦ ਭੂਸ਼ਣ ਬੈਨਰਜੀ, ਇਹਨਾਂ ਨੇ ਵੀ ਸਿੱਖ ਇਤਿਹਾਸ ਲਿਖਣ ਵਾਸਤੇ ਦਾ ਐਵੋਲੂਸ਼ਨ ਆਫ ਖਾਲਸਾ, ਖਾਲਸੇ ਦੀ ਉਤਪਤੀ, ਦਾ ਟਰਾਂਸਫਾਰਮੇਸ਼ਨ ਆਫ ਸਿੱਖਿਜ਼ਮ, ਸਿੱਖ ਧਰਮ ਦਾ ਪਰਿਵਰਤਨ, ਕਿ ਜੋਤ 오ਹਾ ਜੁਗਤ ਸਾਏ ਸ਼ੈ ਕਾਇਆ ਫੇਰ ਪਲਟੀਐ। ਡਾਕਟਰ ਗੋਕਲ ਚੰਦ ਨਾਰੰਗ ਹਿੰਦੂ ਹੈ, ਪਰ ਉਹ ਸਿੱਖ ਫਲਸਫੇ ਨੂੰ ਲਿਖਦਾ ਹੈ। ਦਾ ਕਰਾਫਸ ਵਿੱਚ ਵਾਜ ਕੱਟ ਬਾਈ ਗੁਰੂ ਗੋਬਿੰਦ ਸਿੰਘ ਇਨ ਦਾ ਸ਼ੇਪ ਆਫ ਖਾਲਸਾ ਪੰਥ, ਦਾ ਲੈਂਡ ਵਾਜ ਪ੍ਰਪੇਅਰਡ ਬਾਈ ਗੁਰੂ ਨਾਨਕ। ਗੁਰੂ ਨਾਨਕ ਜੀ ਨੇ ਤਿਆਰ ਕੀਤੀ ਧਰਤੀ, ਬੀਜ ਬੀਜਿਆ, ਤੇ ਉਹ ਫਲ ਖਾਲਸੇ ਦੇ ਅੰਮ੍ਰਿਤ ਦੇ ਰੂਪ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਨੇ ਝੋਲੀ ਵਿੱਚ ਪਾਇਆ ਸੀ। ਬਾਬਾ ਦੀਪ ਸਿੰਘ ਜੀ ਨੇ ਸਭ ਤੋਂ ਪਹਿਲਾਂ ਗੁਰੂ ਅੱਗੇ ਸਰੈਂਡਰ ਕਰਕੇ, ਸਮਰਪਿਤ ਹੋ ਕੇ, ਗੋਡੇ ਟੇਕ ਕੇ, ਹੱਥ ਜੋੜ ਕੇ ਬੇਨਤੀ ਕੀਤੀ, ਪਾਤਸ਼ਾਹ ਜਿਹੜੀ ਆਵਾਜ਼ ਤੁਸੀਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਥੇੜੀ ਤੇ ਖੜੋ ਕੇ ਬੁਲੰਦ ਕੀਤੀ ਸੀ, ਪੀਵੋ ਪਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ, ਉਹ ਆਵਾਜ਼ ਲਾਹੌਰ ਤੱਕ ਗਈ ਤੇ ਭਾਈ ਦਇਆ ਸਿੰਘ ਆਏ, ਉਹ ਦਿੱਲੀ ਤੱਕ ਗਈ, ਭਾਈ ਧਰਮ ਸਿੰਘ ਪਹੁੰਚੇ, ਉਹ ਦਵਾਰਕਾ ਤੱਕ ਪਹੁੰਚੀ, ਭਾਈ ਹਿੰਮਤ ਸਿੰਘ ਆਏ, ਉਹ ਆਵਾਜ਼ ਜਗਨਨਾਥਪੁਰੀ ਤੱਕ ਗਈ ਤੇ ਭਾਈ ਹਿੰਮਤ ਸਿੰਘ ਆਏ, ਉਹ ਗੁਜਰਾਤ ਦਵਾਰਕਾ ਬੇੜ ਤੱਕ ਪਹੁੰਚੀ, ਤੇ ਉੱਥੋਂ ਭਾਈ ਮੋਹਕਮ ਸਿੰਘ ਪਹੁੰਚੇ। ਇਹ ਆਵਾਜ਼ ਇਤਨੀ ਬੁਲੰਦ ਸੀ ਕਿ ਨੰਦੇੜ ਸਾਹਿਬ ਦੇ ਅੱਗੇ, ਜਿੱਥੇ ਬਿਦਰ ਦੇ ਇਲਾਕੇ ਵਿੱਚ ਭਾਈ ਸਾਹਿਬ ਸਿੰਘ ਜੀ ਰਹਿ ਰਹੇ ਸਨ, ਇਸ ਆਵਾਜ਼ ਨੂੰ ਸੁਣ ਕੇ ਉਹ ਵੀ ਪਹੁੰਚੇ। ਤੇ ਸਤਿਗੁਰੂ ਜੀ ਕਿਰਪਾ ਕਰੋ, ਇਹ ਅੰਮ੍ਰਿਤ ਦੀ ਦਾਤ ਮੈਨੂੰ ਵੀ ਬਖਸ਼ੋ। ਬਾਬਾ ਦੀਪ ਸਿੰਘ ਜੀ ਨੇ ਅੰਮ੍ਰਿਤ ਛਕਿਆ, ਸਤਿਗੁਰ ਕੈ ਜਨਮੈ ਗਵਨ ਮਟਾਇਆ। ਇੱਕ ਜਨਮ ਮਾਤਾ ਦੇ ਘਰ ਹੋਇਆ, ਪਿਤਾ ਦੇ ਘਰ ਹੋਇਆ, ਪਰ ਉਹਦੇ ਨਾਲ ਗਵਨ ਨਹੀਂ ਮਿਟਿਆ। ਉਸ ਜਨਮ ਤੋਂ ਬਾਅਦ ਸਰੀਰਕ ਮੌਤ ਆਉਣੀ ਹੈ, ਪਰ ਜਿਹੜਾ ਜਨਮ ਗੁਰੂ ਦੇ ਘਰ ਹੋ ਗਿਆ, ਜਿਹੜਾ ਗੁਰੂ ਤੋਂ ਆਤਮਿਕ ਜੀਵਨ ਲੈ ਲਿਆ, ਉਹ ਆਤਮਿਕ ਜੀਵਨ ਤੋਂ ਬਾਅਦ ਫਿਰ ਗਵਨ ਮਿਟ ਗਿਆ। ਸਤਿਗੁਰ ਕੈ ਜਨਮੈ ਗਵਨ ਮਟਾਇਆ। ਮਾਤਾ ਦੀ ਕੁੱਖ ਤੋਂ ਜਨਮ ਹੋਇਆ ਤੇ ਅੰਤ ਸਾਡਾ ਧਰਤੀ ਦੀ ਕੁੱਖ ਹੈ, ਪਰ ਜਦੋਂ ਗੁਰੂ ਦੀ ਸ਼ਬਦ ਰੂਪੀ ਕੁੱਖ ਵਿੱਚੋਂ, ਗੁਰੂ ਦੀ ਅੰਮ੍ਰਿਤ ਰੂਪੀ ਕੁੱਖ ਵਿੱਚੋਂ, ਗੁਰੂ ਦੀ ਬਾਣੀ ਰੂਪੀ ਕੁੱਖ ਵਿੱਚੋਂ ਸਾਡਾ ਜਨਮ ਹੋਵੇਗਾ, ਤੇ ਫਿਰ ਸਾਡੀ ਆਤਮਾ ਦਾ ਟਿਕਾਣਾ ਸੱਚਖੰਡ ਹੋਵੇਗਾ। ਕਿਉਂਕਿ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਪਰਮਾਤਮਾ ਵਿੱਚ ਅਭੇਦ ਹੋਣਾ ਸਾਡਾ ਪ੍ਰਯੋਜਨ ਹੈ। ਤੇ ਸਤਿਗੁਰੂ ਜੀ ਨੇ ਜਿਹੜੀ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ, ਬਾਬਾ ਦੀਪ ਸਿੰਘ ਜੀ ਨੇ ਸਭ ਤੋਂ ਪਹਿਲਾਂ ਖੰਡੇ ਦੀ ਪੌਲ ਲੈ ਕੇ ਸਿੱਖੀ ਧਾਰਨ ਕੀਤੀ, ਤੇ ਇਹ ਉਹ ਤਬਦੀਲੀ ਸੀ ਜਿਹਦਾ ਜ਼ਿਕਰ ਸਤਿਗੁਰਾਂ ਨੇ ਬਾਣੀ ਵਿੱਚ ਵੀ ਕੀਤਾ। ਕੱਚੋਂ ਕੰਚਨ ਭਇਓ ਸ਼ਬਦ ਗੁਰ ਸ਼ਰਵਣੈ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ, ਲੋਹੋਂ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ, ਪਾਹਣ ਮਾਨਕ ਕਰੈ ਗਿਆਨ ਗੁਰ ਕਹਿਓ ਵਿਚਾਰੈ, ਕਾਠੋਂ ਸ੍ਰੀਖੰਡ ਸਤਿਗੁਰ ਕੀਓ ਦੁਖ ਦਰਿਦਰ ਤਿਨ ਕੇ ਗਏ, ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪਰੇਤ ਸੁਰ ਨਰ ਭਏ। ਬਾਬਾ ਦੀਪ ਸਿੰਘ ਜੀ ਨੇ ਵੇਖਿਆ ਵੀ ਇਸ ਅੰਮ੍ਰਿਤ ਦੇ ਵਿੱਚ ਇੰਨੀ ਸ਼ਕਤੀ ਹੈ ਕਿ ਭਾਈ ਦਇਆ ਸਿੰਘ ਜਿਹੜੇ ਪਹਿਲਾਂ ਕਹਿੰਦੇ ਸਨ ਕਿ ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ
कदे नहीं पकड़ी चिड़ी उड़े तो हम डर जाएं, दुश्मन से कैसे लड़ पाएं। एडी वड्डी तब्दीली कि उन्हां नूं घोड़ सवार बना दिता, अणख ते गैरत वाला जीवन बख्शिश कर दिता। अकल्ले अकल्ले विच इन्नी स्पिरिट भर दिती भी चिड़ियों से मैं बाज तड़ाऊं, गिदड़ों से मैं शेर मराऊं, 1.25 लाख से एक लड़ाऊं, तबै गोबिंद सिंह नाम कहाऊं। बाबा दीप सिंह जी ने सारा कुछ सुनिया वेख्या आनंदपुर साहब की धरती ते रह के कि गुरु ने किड्डी वड्डी किरपा कीती है कि जदों अमृत दी दात बख्शिश कीती, पांचों तैयार करके पांचों ही जेर कीने, पांचों पढ़ी थी बाणी, पांचों दिए ककारा, आबे हयात जिसका मुतलाशी था सिकंदर, जो इम्तिहान में उतरे असल उनको पिलारा, तसीर इस दवा की अक्सीर ऐसी पाई, मुर्दों में जान आई, चिड़ियों ने बाज मारा। ਜਿਹੜੇ ਮੁਰਦੇ ਸਨ ਆਤਮਿਕ ਜੀਵਨ ਜਿਨ੍ਹਾਂ ਕੋਲ ਨਹੀਂ ਸੀ, ਉਹਨਾਂ ਨੂੰ ਆਤਮਿਕ ਜੀਵਨ ਮਿਲਿਆ। ਆਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਸਤਿਗੁਰੂ ਜੀ ਗੁਰਸਿੱਖਾਂ ਨੂੰ ਘੋੜ ਸਵਾਰੀ, ਸ਼ਸਤਰ ਵਿਦਿਆ, ਲੰਗਰ ਦੀ ਸੇਵਾ, ਗੁਰਬਾਣੀ ਦੇ ਅਰਥ ਬੋਧ, ਇਹ ਬਹੁਪੱਖੀ ਜਿਹੜੀ ਸਿਖਲਾਈ ਬਖਸ਼ਿਸ਼ ਕਰ ਰਹੇ ਸਨ, ਬਾਬਾ ਦੀਪ ਸਿੰਘ ਜੀ ਨੇ ਸਤਿਗੁਰਾਂ ਦੀ ਸੰਗਤ ਵਿੱਚ ਰਹਿ ਕੇ ਇਹ ਗੁਣ ਆਪਣੇ ਜੀਵਨ ਵਿੱਚ ਧਾਰਨ ਕੀਤੇ। ਔਰ ਜਦੋਂ ਵੀ ਸਤਿਗੁਰੂ ਜੀ ਜੀਵਨ ਦੀ ਗੱਲ ਕਰਦੇ ਤੇ ਉੱਥੇ ਸਪਸ਼ਟ ਕਰਿਆ ਕਰਦੇ ਸਨ, ਧਨ ਜੀਓ ਤਿਹ ਕੋ ਜਗ ਮੈਂ ਮੁਖ ਤੇ ਹਰ, ਚਿਤ ਮੈਂ ਜੁਧ ਵਿਚਾਰੈ। ਜੀਓ ਦਾ ਅਰਥ ਹੈ ਜੀਵਨ। ਜੀਵਨ ਸਾਡੇ ਸਾਰਿਆਂ ਕੋਲ ਹੈ, ਪਰ ਸਾਡਾ ਸਾਰਿਆਂ ਦਾ ਜੀਵਨ ਧਨ ਜੀਓ ਨਹੀਂ ਹੈ। ਅਸੀਂ ਆਏ ਸਾਰੇ ਸੰਸਾਰ ਵਿੱਚ ਆ, ਪਰ ਸਾਡੇ ਸਾਰਿਆਂ ਲਈ ਇਹ ਨਹੀਂ ਕਿਹਾ ਗਿਆ ਕਿ ਤੁਹਾਡਾ ਆਉਣਾ ਧਨ ਹੈ। ਉਹ ਤੇ ਭਗਤ ਰਵਿਦਾਸ ਜੀ ਦੇ ਹੀ ਆਗਮਨ ਤੇ ਕਿਹਾ ਨਾ, ਧਨ 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 ਜਨ ਆਇਆ। ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਹੀ ਕਿਹਾ ਨਾ ਕਿ ਧਨ ਸੇਵਕ ਸਫਲ ਉਹ ਆਇਆ, ਜੇ ਨਾਨਕ ਖਸਮ ਪਛਾਤਾ। ਨਹੀਂ ਤੇ ਸਾਡੇ ਵਰਗੇ ਰੋਜ਼ ਸੈਂਕੜੇ ਹਜ਼ਾਰਾਂ ਲੋਕ ਸੰਸਾਰ ਵਿੱਚ ਆਉਂਦੇ, ਕਿਤੇ ਕਿਹਾ ਵੀ ਇਹਨਾਂ ਦਾ ਆਉਣਾ ਧਨ ਹੈ। ਇਸੇ ਤਰ੍ਹਾਂ ਜੀਵਨ ਵੀ ਉਹਨਾਂ ਦਾ ਧਨ ਹੈ। ਧਨ ਜੀਓ ਤਿਹ ਕੋ ਜਗ ਮੈਂ ਮੁਖ ਤੇ ਹਰ, ਚਿਤ ਮੈਂ ਜੁਧ ਵਿਚਾਰੈ। ਜੀਵਨ ਸਾਰਿਆਂ ਕੋਲ, ਪਰ ਧਨ ਜੀਓ, ਧਨ ਜੀਵਨ ਉਹਨਾਂ ਦਾ ਹੈ ਜਿਨ੍ਹਾਂ ਨੇ ਮੁਖ ਤੋਂ ਹਰੀ ਪਰਮਾਤਮਾ ਦਾ ਜਸ ਗਾਇਨ ਕੀਤਾ, ਚਾਹੇ ਉਹ ਬਾਣੀ ਪਾਠ ਪੜ੍ਹ ਕੇ, ਕੀਰਤਨ ਕਰਕੇ, ਕਥਾ ਵਿਚਾਰਾਂ ਕਰਕੇ, ਨਾਮ ਸਿਮਰਨ ਕਰਕੇ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਇਵੇਂ ਮਿਲ ਜੁਲ ਕੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਗੁਣ ਗਾਏ ਤੇ ਚਿੱਤ ਵਿੱਚ ਜੁੱਧ ਦੀ ਵਿਚਾਰ ਧਾਰਾ ਰੱਖੀ। ਉਹ ਜੁੱਧ ਭਾਵੇਂ ਸਾਹਮਣੇ ਦਿਸਦੇ ਦੁਸ਼ਮਣ ਹਮਲਾਵਰ ਨਾਲ ਹੋਵੇ, ਚਾਹੇ ਆਪਣੇ ਮਨ ਨਾਲ ਹੋਵੇ, ਤੇ ਚਾਹੇ ਸਮਾਜਿਕ ਬੁਰਾਈਆਂ ਦੇ ਖਿਲਾਫ ਹੋਵੇ, ਚਾਹੇ ਘਰ ਪਰਿਵਾਰ ਵਿੱਚ ਰਹਿੰਦਿਆਂ, ਕਿਉਂਕਿ ਸਾਡੇ ਘਰਾਂ ਦੇ ਵਿੱਚ ਵੀ ਅੱਜ ਭਰੂਣ ਹੱਤਿਆ ਵਰਗੇ ਪਾਪ ਹੋ ਰਹੇ ਨੇ, ਜ਼ੁਲਮ ਹੋ ਰਹੇ ਨੇ। ਤੇ ਜੇ ਕੋਈ ਸੱਚਮੁੱਚ ਭਰੂਣ ਹੱਤਿਆ ਦੀ ਵਿਰੋਧਤਾ ਕਰਕੇ ਕਵੇ ਵੀ ਜਿਸ ਬੱਚੀ ਨੇ ਜਨਮ ਲੈਣਾ ਇਹਨੂੰ ਆਪਾਂ ਵੈਲਕਮ ਕਰਨਾ, ਉਹਦੇ ਵਰਗਾ ਸੂਰਮਾ ਹੀ ਕੋਈ ਨਹੀਂ। ਤੇ ਜਿਸ ਘਰ ਵਿੱਚ ਬੱਚੀ ਨੂੰ ਭਰੂਣ ਹੱਤਿਆ ਕਰਕੇ ਮਾਰ ਦਿੱਤਾ ਜਾਂਦਾ, ਉਹੋ ਜੇ ਕਾਇਰ ਤੇ ਬੁਝਦਿਲ ਹੀ ਕੋਈ ਨਹੀਂ। ਜਿਹੜੇ ਯੁੱਧ ਦੀ ਵਿਚਾਰਧਾਰਾ ਨੂੰ ਅੰਦਰ ਸਮੋਈ ਬੈਠੇ ਨੇ, ਹੁਣ ਕਿਸਾਨ ਭਾਵੇਂ ਦਿੱਲੀ ਸ਼ਾਂਤਮਈ ਢੰਗ ਨਾਲ ਬੈਠੇ ਨੇ, ਇਹ ਯੁੱਧ ਹੈ। ਉਹ ਆਪਣਾ ਹੱਕ ਮੰਗ ਰਹੇ ਨੇ, ਉਹ ਆਪਣੇ ਹੱਕ ਦੀ ਲੜਾਈ ਜਿਹੜੀ ਹੈ ਉਹ ਲੜ ਰਹੇ ਨੇ। ਇਸੇ ਤਰ੍ਹਾਂ ਸਾਡੇ ਘਰਾਂ ਵਿੱਚ, ਸਾਡੇ ਆਸ-ਪਾਸ ਜਦੋਂ ਅਸੀਂ ਇਸ ਤਰ੍ਹਾਂ ਵੇਖਦੇ ਹਾਂ, ਤੇ ਜੇ ਸੱਚਮੁੱਚ ਬੁਰਾਈਆਂ ਦੇ ਖਿਲਾਫ ਸਾਡੇ ਮਨ ਅੰਦਰ ਸੰਘਰਸ਼ ਕਰਨ ਦੀ ਪ੍ਰੇਰਨਾ ਹੋਵੇ, ਤੇ ਸਤਿਗੁਰਾਂ ਨੇ ਕਿਹਾ ਉਹਨਾਂ ਦਾ ਜੀਵਨ ਧੰਤਾ ਯੋਗ ਹੈ। ਤੇ ਗੱਲ ਵੀ ਸਹੀ ਹੈ ਵੀ ਇੱਕ ਡਾਕਟਰ ਨੂੰ ਵੀ ਪਤਾ ਹੈ ਵੀ ਜੇ ਪੁੱਤਰ ਦੇ ਨਾਲ ਪੁੱਤਰੀ ਸੰਸਾਰ ਵਿੱਚ ਆਵੇਗੀ ਤੇ ਫੇਰ ਹੀ ਕੱਲ ਨੂੰ ਨੌਵਾਂ ਜਿਹੜੀਆਂ ਆਪਾਂ ਲਿਆਵਾਂਗੇ। ਸਾਡਾ ਸਮਾਜ ਵੀ ਇਹ ਗੱਲ ਸਮਝਦਾ ਹੈ, ਪਰ ਫਿਰ ਵੀ ਇਹ ਬਹੁਤ ਵੱਡਾ ਪਾਪ ਜਿਹੜਾ ਸੀ ਉਹ ਸੰਸਾਰ ਵਿੱਚ ਕੀਤਾ ਜਾ ਰਿਹਾ ਸੀ। ਤੇ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਹਿ ਕੇ ਗੁਰੂ ਕਲਗੀਧਰ ਪਾਤਸ਼ਾਹ ਤੋਂ ਇਹ ਵੀ ਸਰਵਣ ਕੀਤਾ ਕਿ ਉਸ ਵੇਲੇ ਜਦੋਂ ਜਾਤ ਪਾਤ ਕਰਕੇ ਲੋਕ ਊਚ ਨੀਚ ਦੀ ਵੰਡ ਵਿੱਚ ਪਏ ਹੋਏ ਸਨ, ਗਰੀਬ ਨੂੰ ਕਿਹਾ ਜਾਂਦਾ ਸੀ ਇਹ ਨਖਿੱਧ ਹੈ, ਤੇ ਉੱਚ ਜਾਤੀ ਵਾਲਾ ਭਾਵੇਂ ਕਿੰਨਾ ਵੀ ਮਾੜਾ ਕਿਉਂ ਨਾ ਹੋਵੇ ਉਹਨੂੰ ਕਹਿਣਾ ਵੀ ਇਹ ਬੜਾ ਸ੍ਰੇਸ਼ਟ ਹੈ। ਪਰ ਮੇਰੇ ਸਤਿਗੁਰਾਂ ਨੇ ਇਸ ਤੋਂ ਉੱਪਰ ਉੱਠ ਕੇ ਕਿਹਾ
ਕਿ ਊਤਮ ਸੇ ਦਰ ਊਤਮ ਕਈਆਂ ਨੀਚ ਕਰਮ ਬਹਿ ਰੋਏ। ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ ਸੀ ਕਿ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਕੋਈ ਇਸ ਕਰਕੇ ਦਰਗਾਹ ਵਿੱਚ ਢੋਈ ਨਹੀਂ ਲਵੇਗਾ ਕਿ ਉਹ ਹਿੰਦੂ ਹੈ, ਉਹ ਮੁਸਲਮਾਨ ਹੈ, ਉਹ ਸਿੱਖ ਹੈ, ਉਹ ਈਸਾਈ ਹੈ, ਜੈਨੀ ਹੈ, ਬੋਧੀ ਹੈ, ਚਾਹੇ ਉਹ ਨੀਵੀਂ ਜਾਤ ਦਾ ਹੈ, ਉੱਚੀ ਜਾਤ ਦਾ। ਸਾਹਿਬ ਕਹਿੰਦੇ ਜਿਹਦੇ ਕਰਮ ਉੱਤਮ ਨੇ, ਉਹ ਭਾਈ ਮਰਦਾਨਾ ਭਾਵੇਂ ਡੂਮ ਜਾਤੀ ਵਿੱਚ ਪੈਦਾ ਹੋਇਆ ਹੋਵੇ, ਸਤਿਗੁਰਾਂ ਨੇ ਕਹਿ ਦਿੱਤਾ ਇਹ ਮੇਰਾ ਭਾਈ ਹੈ। ਭਾਈ ਦਾ ਮਤਲਬ ਹੁੰਦਾ ਬ੍ਰਦਰ। ਇਹ ਭਾਈ ਦਾ ਰੁਤਬਾ ਬੜਾ ਵੱਡਾ ਹੈ। ਤੇ ਜਦੋਂ ਕੋਈ ਤੁਹਾਨੂੰ ਭਾਈ ਕਹਿ ਕੇ ਸੰਬੋਧਨ ਕਰਦਾ ਹੈ ਨਾ, ਇਹਦਾ ਮਤਲਬ ਆਪਾਂ ਉਹਨੂੰ ਵੀਰ ਕਹਿ ਰਹੇ ਹਾਂ। ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ, ਸੋ ਭਾਈ ਸੋ ਮੇਰਾ ਵੀਰ। ਤੇ ਕਿਤੇ ਪੁਰਖੇ ਹੀ ਨਾ ਕਹਿਣ ਵੀ ਵੇਖੋ ਸਤਿਗੁਰਾਂ ਨੇ ਮਰਦਾਂ ਦੀ ਗੱਲ ਕੀਤੀ, ਨਹੀਂ। ਸਾਹਿਬ ਕਹਿੰਦੇ ਆਵੋ ਭੈਣੇ ਗੱਲ ਮਿਲੈ ਅੰਕ ਸਹੇਲੜੀਆਂ, ਮਿਲ ਕੇ ਕਰੈ ਕਹਾਣੀਆਂ ਸਮਰੱਥ ਕੰਤਕੀਆਂ। ਚਾਹੇ ਭੈਣ ਹੋਵੇ ਚਾਹੇ ਵੀਰ ਹੋਵੇ, ਜਿਹੜਾ ਵੀ ਹਰੀ ਪਰਮੇਸ਼ਰ ਦੀ ਗੱਲ ਕਰਦਾ ਹੈ ਨਾ, ਸਾਹਿਬ ਕਹਿੰਦੇ ਉਹ ਉੱਤਮ ਹੈ। ਉਸ ਵੇਲੇ ਜਦੋਂ ਕੋਈ ਵੀ ਕਾਰਜ ਕਰਨ ਵਾਸਤੇ ਪਹਿਲ ਉੱਚ ਜਾਤੀਆਂ ਦੀ ਕੀਤੀ ਜਾਂਦੀ ਸੀ, ਉਹਨਾਂ ਨੂੰ ਸਤਿਕਾਰ ਦਿੱਤਾ ਜਾਂਦਾ ਸੀ। ਤੇ ਸਾਹਿਬ ਨੇ ਆਪਣੇ ਖਾਲਸੇ ਨੂੰ, ਜਿਹਦੇ ਵਿੱਚ ਵੱਖ-ਵੱਖ ਇਲਾਕਿਆਂ ਨਾਲ ਵੱਖ-ਵੱਖ ਜਾਤਾਂ ਨਾਲ ਸੰਬੰਧਿਤ 5 ਪਿਆਰੇ ਸਹਿਬਾਨ ਸਨ, ਗਰੀਬ ਨਵਾਜ ਨੇ ਉਹਨਾਂ ਵੱਲ ਇਸ਼ਾਰਾ ਕਰਕੇ ਕਿਹਾ ਸੀ ਕਿ ਸੇਵ ਕਰੀ ਇਨਹੀ ਕੀ ਭਾਵਤ ਔਰ ਆਨ ਕੀ ਸੇਵ ਸੁਹਾਤ ਨਾ ਜੀਕੋ। ਸਾਹਿਬ ਕਹਿੰਦੇ ਦਾਨ ਵੀ ਵੇਲੜਾਂ ਨੂੰ ਨਹੀਂ ਦੇਣਾ, ਵੀ ਕੋਈ ਸ਼ਨੀਚਰ ਦੇ ਨਾਮ ਤੇ ਦਾਨ ਮੰਗ ਰਿਹਾ ਹੋਵੇ, ਕੋਈ ਵੀਰਵਾਰ ਦੇ ਨਾਮ ਤੇ ਦਾਨ ਮੰਗ ਰਿਹਾ ਹੋਵੇ, ਨਹੀਂ। ਦਾਨ ਦਿਓ ਇਨਹੀ ਕੋ ਭਲੋ। ਆ ਜਿਨ੍ਹਾਂ ਦੀ ਸਹਾਇਤਾ ਨਾਲ ਅਸੀਂ ਜੰਗ ਯੁੱਧ ਲੜੇ ਨੇ, ਜਿਨ੍ਹਾਂ ਦੀ ਸਹਾਇਤਾ ਨਾਲ ਦੇਸ਼ ਕੌਮ ਨੂੰ ਆਜ਼ਾਦ ਕਰਵਾਇਆ ਜਾਂਦਾ ਹੈ, ਦਾਨ ਦਿੱਤਾ ਹੋਇਆ ਇਹਨਾਂ ਨੂੰ ਚੰਗਾ। ਆ ਜਿਹੜੇ ਸ਼ਨੀਚਰ ਤੇ ਵੀਰਵਾਰ ਦੇ ਨਾਮ ਤੇ ਦਾਨ ਮੰਗੀ ਜਾਂਦੇ ਨੇ, ਸਾਹਿਬ ਕਹਿੰਦੇ ਇਹ ਵਹਿਮ ਭਰਮ ਨੇ। ਇਹੋ ਜਿਹੇ ਵਹਿਮਾਂ ਭਰਮਾਂ ਵਾਲੇ ਦਾਨ ਪੁੰਨ ਤੋਂ ਉੱਪਰ ਉੱਠ ਕੇ ਆ ਪੁੰਨ ਕਰਨਾ ਵੀ ਯੁੱਧ ਜਿੱਤੇ ਇਨਹੀ ਕੇ ਪ੍ਰਸਾਦ, ਇਨਹੀ ਕੇ ਪ੍ਰਸਾਦ ਸੋ ਦਾਨ ਕਰੇ। ਅਗ ਔਗ ਟਰੇ ਇਨਹੀ ਕੇ ਪ੍ਰਸਾਦ, ਇਨਹੀ ਕੇ ਪ੍ਰਸਾਦ ਪੁੰਨ ਧਾਮ ਭਰੇ। इन्हीं के प्रसाद सुविद्या लई, इन्हीं की कृपा सब शतर मरे। इन्हीं की कृपा के सजे हम हैं, नहीं मोसे गरीब करोड़ परे। ये पहली वार सी कि एक रहबर ने अपने मुरीदां बारे, अपने चेलियां बारे एडे वड्डे मान की गल कीती होवे भी मैं ते सजिया ही इन्हां दी कृपा सदका। नहीं ते पढ़ो साडे सामने पैगंबरां दा इतिहास है, साडे सामने ਜਿਹੜੇ ਉੱਚ ਜਾਤੀ ਦੇ श्रेष्ठ विद्वान सन उन्हां दा इतिहास है। 2 उदाहरणां साडे सामने है कि ईसा जी अक्सर क्या करते सन, मेरी उम्मत भेडां ने, मैं भेडां दा राखा हां। ब्राह्मण कहंदा सी मैं गवाला हां ते ये मेरियां गऊआं ने। तां ही भगत कबीर साहब ने कहा भी किहो जिहा खसम है, जे गऊआं कहना है ते गवाला बन के कदे सानू आत्मक खुराक दा घाह पाया, कदे परमार्थ पारले पासे सानू आत्मक खुराक चारन वास्ते लैके गया, सानू ते शूदर गरीब कह के दूर कर रखिया तू। ये पावन बाणी विच बचन ने कि हम गोरू तुम ग्वार गोसाई, जन्म जन्म रखवारे, कबहू ना पार उतार चरायो, कैसे खसम हमारे। इनू चढ़ायो नहीं पढ़ना, चरायो का अर्थ है जिवें हरिया हरिया घाह चारीदा ना। भगत कबीर साहब कहन लगे भी जे तू अपने आप नूं गवाला ते सानू गऊआं कहना ते फिर कदे आत्मक खुराक दा घाह ते पाया ही नहीं। हुण मेरे कहण दा भाव भी एक ने कहा ये भेडां, दूजे ने कहा गऊआं। ते गुरु कलगीधर पातशाह नूं पुछया भी तुहाडे सिख कौन ने, ते साहब कहंदे ये तां एडे महान ने कि इन्हीं की कृपा के सजे हम हैं, नहीं मोसे गरीब करोड़ परे। जिन्हां दी खातर सतगुरु ये कहण कि इन पुत्रन के शीस पै वार दिए सुत चार, चार मोए तां क्या हुआ जीवत कई हजार। वो सिख भी फिर बाबा दीप सिंह जी वांग जे लोड़ पवे ते गुरु दे प्यार विच भिज के आपा कुर्बान करन लई आपा वारन वास्ते भी तुर पैंदे ने, क्योंकि ये एक जज्बा सी। सिखन काज सो गुरु सवारे, शीस दिए सन निज परवारे। हम कारण गुर कुलैं गवाई,
ਹਮ ਕੁਲ ਰਾਖੈ ਕਵਨ ਵਡਾਈ। ਤੇ ਭਗਤ ਰਵਿਦਾਸ ਜੀ ਨੇ ਸਿੱਖਿਆ ਵੀ ਦਿੱਤੀ, ਕਹਿਣ ਲੱਗੇ ਜਿਵੇਂ ਹਨੇਰਾ ਹੋਵੇ ਰਾਤ ਦਾ ਤੇ ਸੂਰਜ ਚੜੇ ਤੇ ਹਨੇਰਾ ਖਤਮ ਹੋ ਜਾਂਦਾ, ਰਵ ਪ੍ਰਗਾਸ਼ ਰਜਨੀ ਜਥਾਗਤ। ਰਵ ਸੂਰਜ ਪ੍ਰਕਾਸ਼ ਹੋ ਗਿਆ, ਚੜ ਗਿਆ, ਤੇ ਰਜਨੀ ਜਿਹੜੀ ਰਾਤ ਹੈ ਉਹ ਜਥਾਗਤ ਭਾਵ ਖਤਮ ਹੋ ਗਈ। ਜਾਣਤ ਸਭ ਸੰਸਾਰ, ਇਹ ਗੱਲ ਸਾਰਾ ਸੰਸਾਰ ਜਾਣਦਾ ਹੈ। ਇਵੇਂ ਗੁਰੂ ਦੀ ਕਿਰਪਾ ਸਾਡੇ ਜੀਵਨ ਵਿੱਚ ਵਰਦੀ ਹੈ ਕਿ ਪਾਰਸ ਮਾਨੋ ਤਾਂਬੋ ਸ਼ੋਏ ਕਨਕ ਹੋਤ ਨਹੀਂ ਬਾਰ। ਜਿਵੇਂ ਤਾਂਬੇ ਨੂੰ ਪਾਰਸ ਦੀ ਸੰਗਤ ਦੇ ਦਿਓ ਤੇ ਉਹਨੂੰ ਸੋਨਾ ਬਣਨ ਵਿੱਚ ਦੇਰੀ ਨਹੀਂ ਲੱਗਦੀ। ਪਰਮ ਪਰਸ ਗੁਰ ਭੇਟੀਐ ਪੂਰਬ ਲਿਖਤ ਲਲਾਟ, ਉਨਮਨ ਮਨ ਮਨ ਹੀ ਮਿਲੇ ਛੁਟਕਤ ਬਜਰ ਕਪਾਟ। ਜਦੋਂ ਕੋਈ ਗੁਰੂ ਕੀ ਸੰਗਤ ਵਿੱਚ ਆਉਂਦਾ ਹੈ, ਗੁਰੂ ਪਰਮੇਸ਼ਰ ਪਾਰਸ ਕੋਲ ਆਉਂਦਾ ਹੈ, ਦੁਨਿਆਵੀ ਪਾਰਸ ਤਾਂ ਕੇਵਲ ਸੋਨਾ ਬਣਾਉਂਦਾ ਹੈ, ਪਰ ਗੁਰੂ ਤੇ ਪਰਮੇਸ਼ਰ ਐਸੇ ਪਾਰਸ ਨੇ, ਪਾਰਸ ਪਰਸਿਆਂ ਪਾਰਸ ਹੋਏ ਜਾਂ ਤੇਰਾ ਮਨ ਭਾਣੇ। ਉਹ ਰੱਬ ਵਰਗੇ ਹੋ ਗਏ। ਜਦੋਂ ਭਗਤਾਂ ਨੂੰ ਪੁੱਛਿਆ ਵੀ ਰੱਬ ਕਿਹੋ ਜਿਹਾ, ਤੇ ਕਹਿੰਦੇ ਆ ਵੇਖ ਲੋ ਇਹੋ ਜਿਹਾ ਜੇ, ਕਬੀਰ ਵਰਗਾ ਜੇ। ਰਾਮ ਕਬੀਰਾ ਭੇਦ ਨਾ ਭਾਈ, ਨਾਮੈ ਨਰੈਣ ਨਾਹੀ ਭੇਦ। ਅਬ ਤੋ ਜਾਏ ਚੜ੍ਹੈ ਸਿੰਘਾਸਨ, ਮਿਲੈ ਹੈ ਸਾਰੰਗ ਪਾਨੀ। ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਨੀ। ਤੇ ਜਦੋਂ ਪੁੱਛਿਆ ਸਤਿਗੁਰੂ ਜੀ ਤੁਹਾਡੇ ਸਿੱਖ ਕਿਹੋ ਜਿਹੇ ਨੇ, ਤੇ ਸਾਹਿਬ ਨੇ ਕਿਹਾ ਸੀ ਖਾਲਸਾ ਮੇਰੋ ਰੂਪ ਹੈ ਖਾਸ। ਭੇਡਾਂ ਜਾਂ ਗਊਆਂ ਨਹੀਂ ਕਿਹਾ, ਇਹ ਕਿਹਾ ਇਹ ਮੇਰਾ ਖਾਸ ਰੂਪ ਹੈ, ਇਹ ਆਮ ਰੂਪ ਨਹੀਂ। ਖਾਲਸਾ ਮੇਰੋ ਰੂਪ ਹੈ ਖਾਸ। ਤੇ ਤੁਸੀਂ ਰਹਿੰਦੇ ਕਿੱਥੇ ਹੋ? ਖਾਲਸੇ ਮੈਂ ਹੋ ਕਰੋ ਨਿਵਾਸ। ਮੈਂ ਇੱਕ ਬਚਨ ਕਹਿ ਕੇ ਸਮਾਪਤੀ ਵਾਲੇ ਪਾਸੇ ਆਉਣਾ ਚਾਹੁੰਦਾ ਕਿ ਜਦੋਂ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੂੰ ਪੁੱਛਿਆ ਪਾਤਸ਼ਾਹ ਧਿਆਨ ਕਿੰਨੇ ਤਰ੍ਹਾਂ ਦਾ ਹੈ, ਤੇ ਸਾਹਿਬ ਨੇ ਕਿਹਾ ਸੀ ਪ੍ਰਥਮ ਧਿਆਨ ਹੈ ਅਕਾਲ ਪੁਰਖ ਦਾ। ਧਿਆਨ ਧਰੋ ਤਿਹ ਕੋ ਮਨ ਮੈਂ, ਜਿਹ ਕੋ ਅਮਤੋਜ ਸਭੈ ਜਗ ਛਾਇਓ। ਉਹਦਾ ਧਿਆਨ ਧਰੋ, ਕਿਸੇ ਹੋਰ ਪੱਥਰ ਦਾ ਨਹੀਂ, ਕਿਸੇ ਅਲਪ ਸ਼ਕਤੀ ਦਾ ਨਹੀਂ। ਉਹਦਾ ਧਿਆਨ ਧਰਨਾ ਜਿਹੜਾ ਸਾਰੇ ਸੰਸਾਰ ਦਾ ਮਾਲਕ ਹੈ। ਪਾਤਸ਼ਾਹ ਜੇ ਰੱਬ ਵਿੱਚ ਧਿਆਨ ਨਾ ਜੁੜੇ ਤੇ ਫਿਰ ਸਾਹਿਬ ਕਹਿੰਦੇ ਦੂਜਾ ਧਿਆਨ ਹੈ ਗੁਰੂ ਦਾ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ। ਕਿਉਂਕਿ ਗੁਰ ਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟੀ ਆਇਆ। ਸਤਿਗੁਰਾਂ ਨੇ ਐਸੀ ਸ਼ਬਦ ਦੀ ਮੂਰਤ ਨਾਲ ਸਾਨੂੰ ਜੋੜ ਦਿੱਤਾ ਕਿ ਗੁਣਾ ਕਰਕੇ ਜਦੋਂ ਗੁਰੂ ਦੀ ਮੂਰਤ ਦੀ ਤੂੰ ਆਰਾਧਨਾ ਕਰੇਗਾ ਤੇ ਉਹ ਗੁਣ ਤੇਰੀ ਜ਼ਿੰਦਗੀ ਦੇ ਵਿੱਚ ਆ ਜਾਣਗੇ। ਤੇ ਇਹ ਮੂਰਤ ਜਿਹੜੀ ਹੈ ਇਹ ਅਕਾਲ ਮੂਰਤ ਹੈ, ਜਿਹਦੇ ਤੇ ਸਮੇਂ ਦਾ ਪ੍ਰਭਾਵ ਕੋਈ ਨਹੀਂ, ਜਿਹੜੀ ਕਦੇ ਡਿਸਟਰੋਏ ਭਾਵ ਨਾਸ਼ ਨਹੀਂ ਕੀਤੀ ਜਾ ਸਕਦੀ। ਸਤਿਗੁਰਾਂ ਨੇ ਕਿਰਪਾ ਕੀਤੀ, ਕਹਿਣ ਲੱਗੇ ਵੀ ਤੀਸਰਾ ਧਿਆਨ। ਤੇ ਸਾਹਿਬ ਕਹਿਣ ਲੱਗੇ ਪਹਿਲਾ ਪਰਮੇਸ਼ਰ ਦਾ, ਦੂਸਰਾ ਗੁਰੂ ਦਾ, ਤੇ ਤੀਸਰਾ ਖਾਲਸੇ ਕਾ ਹਉ ਧਰੋ ਧਿਆਨ। ਏਡਾ ਵੱਡਾ ਮਾਣ। ਇਹ ਵੇਖੋ ਫਿਰਕਾ ਪ੍ਰਸਤੀ ਨਹੀਂ ਹੈ। ਕਿਸੇ ਰਹਿਬਰ ਨੂੰ ਤੁਸੀਂ ਪੜ੍ਹ ਕੇ ਵੇਖ ਲਓ, ਉਹਨੇ ਆਪਣੇ ਚੇਲੇ ਬਾਰੇ ਕਦੇ ਇਹ ਕਿਹਾ? ਤੇ ਕਿਵੇਂ ਦੀ ਸ਼ਖਸੀਅਤ ਹੋਣਗੇ ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ, ਭਾਈ ਮਰਦਾਨਾ ਜੀ, ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ, ਭਾਈ ਬਿਧੀ ਚੰਦ ਜੀ, ਜਿਨ੍ਹਾਂ ਨੂੰ ਗੁਰੂ ਨੇ ਆਪਣਾ ਰੂਪ ਬਣਾ ਕੇ ਏਡੀਆਂ ਵੱਡੀਆਂ ਵਡਿਆਈਆਂ ਦੇ ਦਿੱਤੀਆਂ ਕਿ ਕਹਿ ਦਿੱਤਾ ਵੀ ਗੁਰ ਸੰਗਤ ਕੀਨੀ ਖਾਲਸਾ। ਜਿਹੜੀ ਗੁਰੂ ਸੰਗਤ ਸੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ, ਸੱਚੀ ਮੁੱਚੀ ਜਿਹੜੀ ਗੁਰੂ ਕੀ ਸੰਗਤ ਸੀ ਉਹ ਖਾਲਸੇ ਵਿੱਚ ਕਨਵਰਟ ਹੋ ਗਈ। ਤੇ ਜਿਹੜੇ ਨਹੀਂ ਹੋਏ ਮਨਮੁਖੀ ਦੁਹੇਲਾ, ਉਹ ਮਨਮੁਖੀ ਰਹੇ, ਉਹ ਦੁਹੇਲੇ ਹੀ ਰਹੇ। ਤੇ ਜਿਨ੍ਹਾਂ ਨੇ ਖੰਡੇ ਦੀ ਪੌਲ ਪੀ ਲਈ, ਪੀਵੋ ਪਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ। ਗੁਰ ਸੰਗਤ ਕੀਨੀ ਖਾਲਸਾ, ਮਨਮੁਖੀ ਦੁਹੇਲਾ। ਜਿਹੜੇ ਮਨਮੁਖ ਰਹਿ ਗਏ ਉਹ ਦੁਹੇਲੇ ਭਾਵ ਦੁਖੀ ਹੋਏ। ਤੇ ਸਾਹਿਬ ਨੇ ਏਡਾ ਵੱਡਾ ਮਾਣ ਦੇ ਦਿੱਤਾ, ਕਹਿਣ ਲੱਗੇ ਮੈਂ ਆਪਣੇ ਖਾਲਸੇ ਦਾ ਧਿਆਨ ਧਰਦਾ। ਪੁੱਛਿਆ ਸਤਿਗੁਰੂ ਜਿੱਥੇ ਪਰਮੇਸ਼ਰ ਵਿੱਚ ਵੀ ਧਿਆਨ ਨਾ ਜੁੜੇ, ਗੁਰੂ ਵਿੱਚ ਧਿਆਨ ਵੀ ਨਾ ਜੁੜੇ, ਤੇ ਕਿਤੇ ਖਾਲਸੇ ਦੇ ਦਰਸ਼ਨ ਵੀ ਨਾ ਹੋਣ, ਆਪਾਂ ਕਿਤੇ ਇਕੱਲੇ ਹੀ ਹੋਈਏ ਫੇਰ। ਤੇ ਸਾਹਿਬ ਕਹਿੰਦੇ ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਕਰਕੇ, ਨਿਤਨੇਮ ਕਰਕੇ, ਸ਼ਸਤਰ ਬਸਤਰ ਸਜਾ ਕੇ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵੇਖ ਲਿਓ, ਆਪਣਾ ਧਿਆਨ ਧਰ ਲਿਓ, ਤੁਹਾਨੂੰ ਉਹਦੇ ਵਿੱਚੋਂ ਰੱਬ ਤੇ ਗੁਰੂ ਦੇ ਦੀਦਾਰ ਹੋਣਗੇ। ਏਡਾ ਵੱਡਾ ਮਾਣ ਸਤਿਗੁਰਾਂ ਨੇ ਬਖਸ਼ਿਸ਼ ਕੀਤਾ
कि इन्हीं की कृपा के सजे हम है, नहीं मोसे गरीब करोड़ परे। ਤੇ ਜਿਨ੍ਹਾਂ ਸਿੱਖਾਂ ਨੂੰ ਏਡਾ ਵੱਡਾ ਮਾਣ ਦਿੱਤਾ, ਉਹਨਾਂ ਨੇ ਫਿਰ ਸਤਿਗੁਰੂ ਜੀ ਤੋਂ, ਗੁਰੂ ਕੀਆਂ ਨਿਸ਼ਾਨੀਆਂ ਤੋਂ ਆਪਣੇ ਆਪ ਨੂੰ ਘੋਲ ਕਮਾਇਆ। ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗੁਰੂ ਕੀ ਨਿਸ਼ਾਨੀ ਹੈ ਨਾ। ਤੇ ਬਾਬਾ ਦੀਪ ਸਿੰਘ ਜੀ ਨੇ ਆਪਣਾ ਆਪ ਵਾਰ ਦਿੱਤਾ ਇਸ ਨਿਸ਼ਾਨੀ ਨੂੰ ਕਾਇਮ ਰੱਖਣ ਵਾਸਤੇ, ਇਹਨੂੰ ਬਚਾਉਣ ਵਾਸਤੇ। ਤੇ ਸਾਡੇ ਕੇਸ ਤੇ ਦਾੜੀਆਂ ਵੀ ਗੁਰੂ ਕੀ ਨਿਸ਼ਾਨੀ ਨੇ। ਭਾਈ ਤਾਰੂ ਸਿੰਘ ਕਹਿੰਦਾ ਵੀ ਮੇਰੀ ਖੋਪੜੀ ਲਾ ਦਿਓ, ਪਰ ਨਿਸ਼ਾਨੀ ਨਾ ਦੂਰ ਕਰਿਓ। ਯਾਦ ਕਰਿਆ ਕਰੋ ਕਿ ਅੱਜ ਜੇ ਕਿਤੇ ਭਾਈ ਤਾਰੂ ਸਿੰਘ ਸਾਨੂੰ ਵੇਖਦੇ ਹੋਣਗੇ ਤੇ ਉਹ ਸਾਡੇ ਤੇ ਖੁਸ਼ ਥੋੜਾ ਹੁੰਦੇ ਹੋਣਗੇ। ਤੇ ਜਦੋਂ ਬਾਬਾ ਦੀਪ ਸਿੰਘ ਸਾਨੂੰ ਤੱਕਦੇ ਹੋਣਗੇ ਤੇ ਹੋ ਸਕਦਾ ਹੈ ਬਾਬਾ ਦੀਪ ਸਿੰਘ ਦੀਆਂ ਨਜ਼ਰਾਂ ਦੇ ਵਿੱਚ ਬਹੁਤ ਵੱਡਾ ਗੁਨਾਹ ਉਸ ਵੇਲੇ ਸਾਡਾ ਸਾਬਤ ਹੋਵੇ, ਜਦੋਂ ਸਾਡੇ ਘਰ ਪਰਿਵਾਰ, ਸਾਡੇ ਬੱਚੇ ਜਿਹੜੇ ਨੇ ਉਹ ਸਿੱਖੀ ਤੋਂ ਦੂਰ ਹੋ ਰਹੇ ਨੇ। ਜੇ ਸਤਿਗੁਰੂ ਸਾਹਿਬ ਜੀ ਦੀ ਖੁਸ਼ੀ ਆਪਣੀ ਝੋਲੀ ਵਿੱਚ ਪਵਾ ਲਈਏ, ਗੁਰੂ ਪਾਰਸ ਕੋਲ ਆ ਜਾਈਏ, ਤੇ ਸੱਚਮੁੱਚ ਸਤਿਗੁਰੂ ਜੀ ਏਡੀ ਵੱਡੀ ਵਡਿਆਈ ਬਖਸ਼ਿਸ਼ ਕਰਦੇ ਨੇ। ਭਾਈ ਮਰਦਾਨਾ ਜੀ ਨੇ ਕਿਹਾ ਸੀ, ਬਾਬਾ ਜਾਂ ਤੇ ਆਪਣਾ ਵਰਗਾ ਕਰ ਲਾ ਤੇ ਜਾਂ ਛੁੱਟੀ ਦੇ ਦੇ, ਤੁਹਾਨੂੰ ਨਾ ਭੁੱਖ ਲੱਗਦੀ, ਨਾ ਨੀਂਦ ਸਤਾਉਂਦੀ, ਨਾ ਪਿਆਸ ਲੱਗਦੀ। ਸਾਹਿਬ ਕਹਿਣ ਲੱਗੇ, ਗੁਰੂ ਦੇ ਮਗਰ ਤੁਰਿਆ ਆਪਣੇ ਵਰਗਾ ਕੀ ਰੱਬ ਵਰਗਾ ਕਰ ਦਿਆਂਗਾ। ਤੇ ਉਹ ਮਰਦਾਨਾ ਜਿਹਦਾ ਜ਼ਿਕਰ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਜਾਕੋ ਮਿਹਰ ਮਿਹਰ ਮਿਹਰਵਾਨਾ ਸੋਈ ਮਰਦ, ਮਰਦ ਮਰਦਾਨਾ। ਔਰ ਸਿੱਖੀ ਦਾ ਸਫ਼ਰ ਮਰਦਾਨੇ ਤੋਂ ਲੈ ਕੇ ਬੰਦੇ ਤੱਕ ਦਾ ਹੈ। ਇਹ ਨਾਮ ਨਹੀਂ ਹੈ, ਇਹ ਸਫ਼ਰ ਸੀ ਵੀ ਗੁਰੂ ਜਾਂ ਤੇ ਮਰਦਾਨਾ ਬਣਾਉਂਦਾ ਤੇ ਜਾਂ ਬੰਦਾ ਬਣਾਉਂਦਾ। ਬੰਦੇ ਤੇ ਮਰਦਾਨੇ ਦੀ ਇੱਕੋ ਹੀ ਪਰਿਭਾਸ਼ਾ ਹੈ, ਬੰਦੇ ਸੇ ਜੇ ਪਵੈ ਵਿੱਚ ਬੰਦੀ, ਵੇਖਣ ਖੋ ਦੀਦਾਰ। ਆਪਾਂ ਲੱਖਾਂ ਯਤਨ ਕਰੀਏ ਵੀ ਵੇਖੋ ਜੀ ਅਸੀਂ ਬੰਦੇ ਆ, ਸਾਹਿਬ ਕਹਿੰਦੇ ਨਹੀਂ, ਓਏ ਮਾਨਸ ਜੂਨ ਨਾ ਆਖੀਆਂ, ਪਸ਼ੂ ਢੋਰ ਗਵਾਰ। ਸਿੰਘਾਂ ਤੋਂ ਬਿਨਾਂ ਹੀ ਪਸ਼ੂ ਆ ਆਪਾਂ। ਜਦੋਂ ਗੁਰੂ ਦੀ ਵਿਚਾਰਧਾਰਾ ਸਾਡੇ ਜੀਵਨ ਵਿੱਚੋਂ ਮਨਫੀ ਹੋ ਜਾਵੇ, ਤੇ ਮਰਦਾਨੇ ਦਾ ਮਤਲਬ ਵੀ ਮੇਲ ਜਾਂ ਫੀਮੇਲ ਨਹੀਂ ਹੈ। ਜਦੋਂ ਮਾਤਾ ਖੀਵੀ ਨੇ ਬੜੀ ਜੁਰਤ ਨਾਲ, ਬੜੇ ਸੁਚੱਜੇ ਢੰਗ ਦੇ ਨਾਲ ਗੁਰੂ ਅੰਗਦ ਦੇਵ ਮਹਾਰਾਜ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਵਿੱਚ ਸਨ, ਗੁਰੂ ਘਰ ਦਾ ਪ੍ਰਬੰਧ, ਗੁਰੂ ਕੇ ਲੰਗਰ ਚਲਾਏ, ਤੇ ਬਾਬਾ ਸੱਤਾ ਬਲਵੰਡ ਜੀ ਨੇ ਉਸ ਮਾਂ ਨੂੰ ਜਿੱਥੇ ਸੰਘਣੇ ਪੱਤਿਆਂ ਵਾਲੀ ਠੰਡੀ ਛਾਂ ਵਾਲਾ ਦਰਖਤ ਦੱਸਿਆ, ਉੱਥੇ ਨਾਲ ਕਿਹਾ, ਮਾਂ ਖੀਵੀ ਨੇ ਮਰਦਾਂ ਵਾਲੀ ਘਾਲ ਘਾਲੀ ਹੈ। ਹੁਣ ਮਰਦ ਦਾ ਮਤਲਬ ਮੇਲ ਫੀਮੇਲ ਨਹੀਂ ਹੈ, ਮਰਦ ਦਾ ਮਤਲਬ ਪੁਰਸ਼ ਨਹੀਂ ਹੈ। ਮਰਦ ਦਾ ਮਤਲਬ ਹੈ ਜਿਹੜਾ ਸੱਚਮੁੱਚ ਗੁਰੂ ਵਾਲਾ ਹੈ। ਉਹ ਸਾਡੀਆਂ ਭੈਣਾਂ ਵੀ ਨੇ ਤੇ ਸਾਡੇ ਵੀਰ ਵੀ ਨੇ, ਕਿਉਂਕਿ ਕਮਜ਼ੋਰ ਬੰਦਾ ਗੁਰੂ ਵਾਲਾ ਨਹੀਂ ਬਣ ਸਕਦਾ, ਕਕਾਰ ਨਹੀਂ ਸੰਭਾਲ ਸਕਦਾ, ਅੰਮ੍ਰਿਤ ਵੇਲੇ ਨਹੀਂ ਜਾਗ ਸਕਦਾ, ਬਾਣੀ ਨਹੀਂ ਜੇ ਪੜ ਸਕਦਾ। ਜਾਕੋ ਹਰ ਰੰਗ ਲਾਗੂ, ਇਹ ਜੁਗ ਮੈਂ ਸੋ ਕਈਤ ਹੈ ਸੂਰਾ। ਸੂਰਮਾ ਹੈ ਹੀ ਉਹ ਜਿਹਨੂੰ ਪਰਮਾਤਮਾ ਦਾ ਰੰਗ ਲੱਗ ਗਿਆ ਤੇ ਜਿਹਨੂੰ ਕੇਵਲ ਦੁਨੀਆ ਦਾ ਰੰਗ ਲੱਗਾ ਹੋਇਆ। ਸਾਹਿਬ ਕਹਿੰਦੇ, ਰੰਗ ਤਮਾਸ਼ੇ ਬਹੁ ਵਿਧੀ ਚਾਏ ਲੱਗ ਰਹਿਆ, ਚਿਤ ਨ ਆਇਓ ਪਾਰ ਬ੍ਰਹਮ ਸਰਪ ਕੀ ਜੂਨ ਗਿਆ। ਉਹ ਬੰਦਾ ਫਿਰ ਸੱਪ ਦੀ ਜੂਨ ਵਰਗਾ ਜੀਵਨ ਜਿਉਂਦਾ ਹੈ। ਇਸ ਕਰਕੇ ਮੇਰੇ ਗਰੀਬ ਨਵਾਜ ਨੇ ਕਿਰਪਾ ਕੀਤੀ ਹੈ ਕਿ ਗੁਰੂ ਦੇ ਦੱਸੇ ਹੋਏ ਮਾਰਗ ਤੇ ਜਦੋਂ ਕੋਈ ਤੁਰਦਾ ਹੈ ਤੇ ਸੱਚਮੁੱਚ ਉਹ ਮਰਦ ਵੀ ਹੈ, ਉਹ ਬੰਦਾ ਅਖਵਾਉਣ ਦੇ ਹੱਕ ਵੀ ਰੱਖਦਾ ਹੈ। ਤੇ ਮਾਂ ਖੀਵੀ ਧੰਨ ਗੁਰੂ ਅੰਗਦ ਦੇਵ ਜੀ ਦੇ ਧਰਮ ਪਤਨੀ, ਉਹਨਾਂ ਬਾਰੇ ਬਾਬਾ ਸੱਤਾ ਤੇ ਬਾਬਾ ਬਲਵੰਡ ਜੀ ਨੇ ਵਾਰ ਵਿੱਚ ਬਚਨ ਕਹੇ ਨੇ, ਬਲਵੰਡ ਖੀਵੀ ਨੇਕ ਜਨ, ਜਿਸ ਬਹੁਤੀ ਛਾਉ ਪਤਰਾਲੀ, ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਘਿਆਲੀ, ਪਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ। ਹੁਣ ਮਾਂ ਖੀਵੀ ਹੈ ਫੀਮੇਲ, ਪਰ ਗੁਰੂ ਗ੍ਰੰਥ ਸਾਹਿਬ ਨੇ ਉਹਨਾਂ ਨੂੰ ਮਰਦ ਕਿਹਾ। ਮਰਦ ਦਾ ਮਤਲਬ ਆਪਾਂ ਸਮਝ ਲਓ ਜਿਹੜੇ ਗੁਰੂ ਦੀ ਵਿਚਾਰਧਾਰਾ ਨੂੰ ਅਪਣਾ ਲੈਂਦੇ ਨੇ। ਉਹ ਭਾਈ ਮਰਦਾਨਾ ਹੈ, ਉਹ ਬਾਬਾ ਬੰਦਾ ਸਿੰਘ ਬਹਾਦਰ ਹੈ, ਉਹ ਮਾਂ ਖੀਵੀ ਹੈ, ਉਹ ਬੇਬੇ ਨਾਨਕੀ ਹੈ, ਉਹ ਬੀਬੀ ਅਮਰੋ ਹੈ, ਉਹ ਬੀਬੀ ਵੀਰੋ ਹੈ, ਜਿਨ੍ਹਾਂ ਦਾ ਸਾਡੇ ਇਤਿਹਾਸ ਵਿੱਚ ਬੜਾ ਉੱਚਾ ਰੁਤਬਾ ਹੈ। ਇਸ ਕਰਕੇ ਮੇਰੇ ਸਤਿਗੁਰੂ ਨੇ ਆਪਣੇ ਸੰਗਤ, ਆਪਣੀ ਜਿਹੜੀ ਗੁਰੂ ਕੀ ਉਪਦੇਸ਼ ਰੂਪੀ ਬਾਣੀ ਦੀ ਸ਼ੋਅ ਬਖਸ਼ਿਸ਼ ਕਰਕੇ ਜਿਨ੍ਹਾਂ ਨੂੰ ਨਵਾਜਿਆ, ਜਿਹੜੇ ਗੁਰੂ ਨੂੰ ਸਮਰਪਿਤ ਹੋ ਗਏ, ਸੱਚਮੁੱਚ ਉਹ ਪਰਮਾਤਮਾ ਵਰਗੇ, ਗੁਰੂ ਵਰਗੇ ਹੋ ਗਏ। ਉਹਨਾਂ ਦਾ ਇੰਨਾ
ਵੱਡਾ ਮਾਣ ਤੇ ਸਤਿਕਾਰ ਮੇਰੇ ਸਤਿਗੁਰੂ ਜੀ ਨੇ ਕੀਤਾ ਹੈ। ਸਭ ਕਹਿੰਦੇ ਗੁਰ ਸਿੱਖੀ ਭਾਣਾ ਮੰਨਿਆ, ਗੁਰ ਪੂਰਾ ਪਾਰ ਲੰਘਾਏ, ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਏ। ਲੱਭਦਾ ਇਹੋ ਜਿਹਾ ਰਹਿਬਰ ਵੀ ਇਹ ਕਵੇ ਵੀ ਮੈਨੂੰ ਮੇਰੇ ਸਿੱਖਾਂ ਦੀ ਧੂੜ ਦਿਓ, ਇਹੋ ਜਿਹਾ ਰਹਿਬਰ ਕੋਈ ਨਹੀਂ। ਇਹੋ ਜਿਹੇ ਰਹਿਬਰ ਤਾਂ ਬੜੇ ਆਏ ਨੇ ਜਿਨ੍ਹਾਂ ਕਿਹਾ ਮੇਰੇ ਚੇਲੇ ਭੇਡਾਂ ਨੇ, ਮੇਰੀਆਂ ਚੇਲੇ ਮੇਰੇ ਗਊਆਂ ਨੇ, ਪਰ ਇਹੋ ਜਿਹਾ ਰਹਿਬਰ ਪਹਿਲੀ ਵਾਰ ਆਉਂਦਾ ਦੁਨੀਆ ਵਿੱਚ ਜਿਹੜਾ ਇਹ ਕਵੇ ਕਿ ਮੇਰਾ ਜਿਹੜਾ ਉਮਤ ਹੈ ਮੇਰੀ, ਜਿਹੜੇ ਇਹ ਰਹਿਬਰ ਨੇ, ਜਿਹੜੇ ਮੇਰੇ ਚੇਲੇ ਨੇ, ਮੈਂ ਉਹਨਾਂ ਦਾ ਰਹਿਬਰ ਤੇ ਉਹ ਚੇਲੇ ਮੇਰੇ ਵਰਗੇ ਨੇ। ਔਰ ਸਤਿਗੁਰਾਂ ਨੇ ਆਪੇ ਗੁਰ ਚੇਲਾ ਦਾ ਮਤਲਬ ਇਹ ਸੀ ਵੀ ਚੇਲਾ ਗੁਰੂ ਬਣ ਗਿਆ ਤੇ ਗੁਰੂ ਚੇਲਾ ਬਣ ਗਿਆ। ਮੁਰਸ਼ਿਦ ਤੇ ਸੇਵਕ ਦੀ ਪਰਿਭਾਸ਼ਾ ਜਿਹੜੀ ਆਪਾਂ ਪਾਵਨ ਬਾਣੀ ਵਿੱਚ ਪੜ੍ਹਦੇ ਆ, ਉਹਦਾ ਮਤਲਬ ਇਹੀ ਹੈ ਕਿ ਮੁਰੀਦ ਤੇ ਉੱਥੇ ਜਾ ਕੇ ਗੁਰੂ ਇੱਕੋ ਜਿਹੇ ਹੋ ਜਾਂਦੇ ਨੇ। ਉਹ ਆਖਦੇ ਨੇ ਪੀਰ ਮੁਰੀਦਾਂ ਪਿਰਹੜੀ, ਉਹ ਨਿਭੈ ਨਾਲੇ। ਤੇ ਉਹ ਪ੍ਰੀਤ ਨਿਭਾਈ ਹੈ ਬਾਬਾ ਦੀਪ ਸਿੰਘ ਜੀ ਨੇ ਆਪਣੇ ਅਖੀਰਲੇ ਦਮ ਤੱਕ। 75 ਸਾਲ ਦੀ ਉਮਰ ਵਿੱਚ ਜਦੋਂ ਉਹਨਾਂ ਨੇ 18 ਸੇਰ ਦਾ ਖੰਡਾ ਖੜਕਾਇਆ ਤੇ ਜਿਹੜੇ ਸੰਕਲਪ ਪਾਵਨ ਬਾਣੀ ਵਿੱਚ ਗੁਰੂ ਪ੍ਰੀਤ ਬਾਰੇ ਦਿੱਤੇ ਨੇ, ਉਹਨਾਂ ਦੀ ਪਹਿਰੇਦਾਰੀ ਕਰਦਿਆਂ ਆਪਣਾ ਆਪ ਉਹਨਾਂ ਕੁਰਬਾਨ ਕਰ ਦਿੱਤਾ। ਭਾਵੇਂ ਅੱਜ ਉਹਨਾਂ ਦਾ ਜਨਮ ਦਿਹਾੜਾ ਹੈ, ਪਰ ਫਿਰ ਵੀ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਨੂੰ ਕਦੇ ਵੀ ਆਪਾਂ ਨਜ਼ਰ ਅੰਦਾਜ਼ ਕਰਕੇ ਉਹਨਾਂ ਦੇ ਇਤਿਹਾਸ ਨੂੰ ਅੱਗੇ ਨਹੀਂ ਤੋਰ ਸਕਦੇ। ਇਵੇਂ ਉਹਨਾਂ ਇਨਕਲਾਬੀ ਭਗਤਾਂ ਨੇ ਜਦੋਂ ਇੱਕ ਸੁਰ ਵਿੱਚ ਹੋ ਕੇ ਆਵਾਜ਼ ਬੁਲੰਦ ਕੀਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਹਨਾਂ 15 ਭਗਤਾਂ ਨੂੰ ਸਤਿਕਾਰਯੋਗ ਥਾਂ ਹੈ ਤੇ ਉਹਨਾਂ ਵਿੱਚੋਂ ਨੇ ਭਗਤ ਰਵਿਦਾਸ ਜੀ, ਜਿਨ੍ਹਾਂ ਦਾ ਅੱਜ ਆਗਮਨ ਦਿਹਾੜਾ ਸਾਰੇ ਸੰਸਾਰ ਵਿੱਚ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਗਿਆ, ਜਿਨ੍ਹਾਂ ਨੇ ਬਚਨ ਕਹੇ ਕਿ ਰਵਿਦਾਸ ਜਪੈ ਰਾਮ ਨਾਮਾ, ਮੋਹਿ ਜਮ ਸੋ ਨਾਹੀ ਕਾਮਾ। ਜਦੋਂ ਰੱਬ ਨਾਲ ਜੁੜ ਜਾਈਏ ਤੇ ਫਿਰ ਜਮ ਨਾਲ ਵਾਹ ਪੈਂਦਾ ਨਹੀਂ, ਕਿਉਂਕਿ ਨਾਲ ਨਾਰਾਇਣ ਮੇਰਾ, ਜਮਦੂਤ ਨਾ ਆਵੈ ਨੇਰਾ। ਇੰਨਾ ਸਮਾਂ ਨਹੀਂ ਕਿ ਆਪਾਂ ਹੋਰ ਵਿਸਤਾਰ ਵਿੱਚ ਜਾ ਸਕੀਏ। ਸਾਰੀਆਂ ਸੰਗਤਾਂ ਨੂੰ ਭਗਤ ਰਵਿਦਾਸ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ। ਕੁਟਾਨਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਖਜਿੰਦਰ ਸਿੰਘ ਜੀ, ਹਜੂਰੀ ਰਾਗੀ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹ ਵੀ ਆਪ ਜੀ ਦੀ ਸੇਵਾ ਵਿੱਚ ਪਹੁੰਚ ਚੁੱਕੇ ਨੇ। ਅਗਲਾ ਪ੍ਰੋਗਰਾਮ ਆਪ ਜੀ ਸਟੇਜ 71 ਸਾਹਿਬ ਪਾਸੋਂ ਸਰਵਣ ਕਰੋ। ਔਰ ਇਹੀ ਆਸ ਹੈ ਕਿ ਅੱਗੇ ਤੋਂ ਆਪ ਜੀ ਇਸੇ ਤਰ੍ਹਾਂ ਦੀ ਇਕਾਗਰਤਾ ਬਣਾ ਕੇ ਜਿੱਥੇ ਗੁਰੂ ਕਾ ਦਰਬਾਰ ਸੱਜਿਆ ਹੋਵੇ ਬੜੀ ਭਉ ਭਾਵਨੀ ਦੇ ਨਾਲ, ਮਰਿਆਦਾ ਦੇ ਨਾਲ ਬੈਠੋਗੇ, ਤਾਂ ਕਿ ਪਤਾ ਲੱਗ ਸਕੇ ਵੀ ਇਹ ਗੁਰੂ ਕਾ ਦਰਬਾਰ ਹੈ, ਇਹ ਗੁਰੂ ਕੀ ਸੰਗਤ ਹੈ, ਜਿਹਨੂੰ ਸਤਿਗੁਰਾਂ ਨੇ ਬੜੀ ਵੱਡੀ ਮਹਾਨਤਾ ਬਖਸ਼ਿਸ਼ ਕੀਤੀ ਹੈ। ਬੁਲਾਓ ਫਤਿਹ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।